बंदे ज्यादा हाँ जी, गुड मॉर्निंग मैम। हाँ जी, गुड आफ्टरनून सर। हाँ जी, गुड आफ्टरनून। ते सर मैं कर रही हूँ शेयर ना। सर स्टार्ट करिए। हाँ जी मैम, करो जी। ठीक है। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਦਲਜੀਤ ਕੌਰ, ਸਰਫੇਸ ornamentation ਦੀ ਇੰਸਟ੍ਰਕਟਰ, ਗਵਰਨਮੈਂਟ ITA ਵੂਮਨ ਰੋਪੜ ਤੋਂ। ਅੱਜ ਦਾ ਜੋ ਟੌਪਿਕ ਹੈਗਾ ਮੇਰਾ ਤੁਹਾਡੇ ਲਈ ਹੈਗਾ ਡਿਸਿਪਲਿਨ। ਨੈਕਸਟ ਕਰਨਾ ਸਰ। ਡਿਸਿਪਲਿਨ ਦਾ ਟੌਪਿਕ ਪੜਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗੀ ਮਿਸ਼ਨ ਫਤਿਹ ਬਾਰੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਜੋ ਕਰੋਨਾ ਹੈ ਜਿਹਦੇ ਕਰਕੇ ਅਸੀਂ ਸਾਡੀ ਆਨਲਾਈਨ ਸਟੱਡੀ ਚੱਲ ਰਹੀ ਹੈ ਔਰ ਅਸੀਂ ਘਰ ਵਿੱਚ ਹੈਗੇ ਆ, है ना, और काफी खतरनाक बीमारी है ये। ਆਪਾਂ ਕੀ ਕਰਨਾ ਹੈ, ਮਿਸ਼ਨ ਫਤਿਹ ਨੂੰ ਸਕਸੈਸਫੁਲ ਬਣਾਉਣਾ ਜੋ ਪੰਜਾਬ ਵਿੱਚ ਚੱਲ ਰਿਹਾ ਉਹਦੇ ਰਿਲੇਟਿਡ ਅਸੀਂ ਕੀ ਕਰਨਾ ਹੈ। ਇੱਕ ਤਾਂ ਕੋਵਾ ਐਪ ਆਪਣੇ ਫੋਨ ਤੇ ਜ਼ਰੂਰ ਸਭ ਨੇ ਡਾਊਨਲੋਡ ਕਰਨਾ ਹੈ ਔਰ तीन चीज़ों का ख्याल रखना। एक तो घर तो बाहर जाना है तो मास्क का यूज करना है और हत्थां नूं हमेशा सैनिटाइज या सोप दे नाल हथ धो के रखने ने और सोशल डिस्टेंसिंग जरूर मेंटेन करनी है क्योंकि ये बहुत ज्यादा जरूरी है। मेरा जो चैप्टर है हैगा डिसिप्लिन यानी कि अनुशासन। एक अनुशासन विच असीं किवें रहना, ठीक है। नेक्स्ट करना सर। ਹੁਣ ਐਬਰੀਵੀਏਸ਼ਨ ਕੀ ਹੁੰਦੀਆਂ ਨੇ ਅਨੁਸ਼ਾਸਨ ਦੀਆਂ, ਹੈ ਨਾ। ਅਨੁਸ਼ਾਸਨ ਜਾਂ ਡਿਸਿਪਲਿਨ ਜੋ ਵੀ ਅਸੀਂ ਬੋਲਦੇ ਆ ਉਹਦਾ ਐਬਰੀਵੀਏਸ਼ਨ ਕੀ ਹੈ ਸਰ। ਨੈਕਸਟ ਕਰਨਾ। ਨੈਕਸਟ ਸਰ। ਐਬਰੀਵੀਏਸ਼ਨਸ ਕੀ ਹੁੰਦੀਆਂ ਨੇ, ਜਿਵੇਂ ਡਿਸਿਪਲਿਨ ਹੈ ਨਾ। ਡਿਸਿਪਲਿਨ ਜਿਹਦਾ ਇਹਦੇ ਇੱਕ ਵਰਡ ਦਾ ਇੱਕ ਮਤਲਬ ਬਣਦਾ ਹੈ, ਠੀਕ ਹੈ। ਇੱਕ ਵਰਡ ਦਾ ਮਤਲਬ ਬਣਦਾ ਹੈ। ਜਿਵੇਂ ਡੀ ਫॉर ਡਿਟਰਮੀਨੇਸ਼ਨ, ਹੈ ਨਾ। ਆਪਣਾ ਇੱਕ ਟਾਰਗੇਟ ਹੁੰਦਾ ਹੈ ਜਦੋਂ ਵੀ ਅਸੀਂ ਕੁਝ ਸੋਚਦੇ ਆ, ਸਾਡੇ ਕੋਈ ਡਿਟਰਮੀਨੇਸ਼ਨ ਹੁੰਦੀ ਹੈ, ਅਸੀਂ ਉਹਨੂੰ ਕੀ ਕਰਦੇ ਆ ਡਿਸਿਪਲਿਨ ਵਿੱਚ ਰਹਿੰਦੇ ਹੋਏ ਮੇਨਟੇਨ ਕਰਦੇ ਆ, ਹੈ ਨਾ। ਉਸ ਤੋਂ ਬਾਅਦ ਸਾਡੀ ਹੈਗੀ ਆ ਆਇਡੈਂਟੀਟੀ। ਆਇਡੈਂਟੀਟੀ हेलो सर। हाँ जी मैडम। स्क्रीन नहीं शेयर हो रही है मैम मेरे वालों? नहीं, मेरे वालों नहीं हो रही। एक सेकंड जी, मैं दोबारा कर। आई तो हुंदी है आइडेंटिटी, यानी कि एक बंदे दी अपनी एक पहचान हुंदी है ना।
ਹੁਣ ਆਇਡੈਂਟੀਟੀ ਨੂੰ ਅਸੀਂ ਮੇਨਟੇਨ ਕਰਨਾ ਹੈ, ਕਿਹਦੇ ਵਿੱਚ ਮੇਨਟੇਨ ਕਰ ਸਕਦੇ ਆ, ਜੇ ਅਸੀਂ ਡਿਸਪਲਿਨ ਨੂੰ ਦੇਖੋ ਫੋਲੋ ਮੈਡਮ ਕਰ। ਹੋ ਰਹੀ ਸਕਰੀਨ ਸ਼ੇਅਰ। ਸਕਰੀਨ ਹੈਲੋ ਸ਼ੇਅਰ ਸਰ ਨਹੀਂ ਹੋ ਰਹੀ, ਕਿਉਂਕਿ ਮੇਰੇ ਉਹਦੇ ਤੇ ਲਿਖਿਆ ਆ ਰਿਹਾ ਨਿਮੀ VC8 ਹੈਜ਼ ਸਟਾਰਟਡ ਸਕਰੀਨ ਸ਼ੇਅਰਿੰਗ। ਕੋਈ ਹੋਰ ਸਕਰੀਨ ਸ਼ੇਅਰ ਕਰ ਰਿਹਾ? ਨਹੀਂ ਨਹੀਂ ਮੈਡਮ ਮੈਂ ਹੀ ਕਰ ਰਿਹਾ। ਅੱਛਾ, ਪਰ ਆ ਨਹੀਂ ਰਹੀ ਸਰ। ਤੁਸੀਂ ਇੱਕ ਵਾਰੀ ਆਪਣੀ ਫੋਟੋ ਤੇ ਕਲਿੱਕ ਕਰਕੇ ਮੇਰੇ ਦੁਬਾਰੇ ਕਲਿੱਕ ਕਰੋ ਜੀ ਇਹਦੇ ਤੇ। ਨਹੀਂ ਹੋ ਰਿਹਾ। ਚਲੋ ਸਰ ਮੈਂ ਏਦਾਂ ਹੀ ਦੱਸ ਦਿੰਦੀ ਹਾਂ। ਐਸ ਤੋਂ ਮਤਲਬ ਹੁੰਦਾ, ਹੁਣ ਡਿਸਿਪਲਿਨ ਦਾ ਐਸ ਤੋਂ ਮਤਲਬ ਹੁੰਦਾ ਸੈਲਫ ਕਮਾਂਡਰ। ਹੁਣ ਸੈਲਫ ਕਮਾਂਡਰ ਯਾਨੀ ਕਿ ਸਵੈ ਕਮਾਂਡਰ। ਜਦੋਂ ਅਸੀਂ ਡਿਸਿਪਲਿਨ ਨੂੰ ਮੇਨਟੇਨ ਕਰਦੇ ਆ ਤਾਂ ਅਸੀਂ ਕੀ ਹੈ, ਸੈਲਫ ਕਮਾਂਡਰ ਬਣਦੇ ਆ, ਹੈ ਨਾ। ਅਸੀਂ ਖੁਦ ਕਮਾਂਡ ਕਰਨਾ ਸਿੱਖਦੇ ਆ, ਕਿਉਂਕਿ ਸਾਡੇ ਵਿੱਚ ਡਿਸਿਪਲਿਨ ਦੀ ਇੰਨੀ ਕੁ ਜ਼ਿਆਦਾ ਪੋਟੈਂਸ਼ੀਅਲ ਆ ਜਾਂਦੀ ਹੈ, ਜਿਹਦੇ ਨਾਲ ਕੀ ਹੈ ਅਸੀਂ ਕਮਾਂਡਰ ਬਣ ਜਾਂਦੇ ਆ, ਹੈ ਨਾ। ਕਿਉਂਕਿ ਅਸੀਂ ਡਿਸਿਪਲਿਨ ਨੂੰ ਫੋਲੋ ਕੀਤਾ, ਉਹ ਕਰੜੇ ਰੂਲਸ ਅਸੀਂ ਫੋਲੋ ਕਰਦੇ ਹੋਏ ਅਸੀਂ ਅੱਗੇ ਆਏ ਆ, ਜਿਹਦੇ ਕਰਕੇ ਕੀ ਹੈ ਸਾਡੇ ਵਿੱਚ ਸੈਲਫ ਕਮਾਂਡ ਕਰਨ ਦੀ ਇੱਕ ਇੱਛਾ ਪੈਦਾ ਹੋ ਜਾਂਦੀ ਹੈ। ਕੌਨਫੀਡੈਂਸ, ਉਸ ਤੋਂ ਬਾਅਦ ਹੈ ਸਾਡਾ C ਫॉर ਕੌਨਫੀਡੈਂਸ। ਕੌਨਫੀਡੈਂਸ ਮਤਲਬ ਭਰੋਸਾ। ਸਾਨੂੰ ਆਪਣੇ ਆਪ ਤੇ ਭਰੋਸਾ ਹੋਣ ਲੱਗ ਜਾਂਦਾ ਹੈ ਨਾ। ਡਿਸਿਪਲਿਨ ਚ ਰਹਿੰਦੇ ਕੌਨਫੀਡੈਂਸ ਲੈਵਲ ਜਿਹੜਾ ਹੈ ਸਾਡਾ ਸਟਰੋਂਗ ਹੁੰਦਾ, ਮਜ਼ਬੂਤ ਹੁੰਦਾ। ਉਸ ਤੋਂ ਬਾਅਦ ਆਈ ਤੇ ਹੈ ਇੰਡੀਪੈਂਡੈਂਸ ਯਾਨੀ ਕਿ ਆਜ਼ਾਦੀ। ਸਾਨੂੰ ਆਜ਼ਾਦ ਵਿਚਾਰ ਮਿਲਦੇ ਆ, ਆਜ਼ਾਦੀ ਨਾਲ ਜੀਣ ਦਾ ਇੱਕ ਜ਼ਰੀਆ ਮਿਲਦਾ ਡਿਸਪਲਿਨ ਚ ਰਹਿ ਕੇ, ਹੈ ਨਾ। ਉਸ ਤੋਂ ਬਾਅਦ ਆਂਦੀ ਹੈ ਪੰਕਚੁਅਲਿਟੀ, P ਫॉर ਪੰਕਚੁਅਲਿਟੀ ਯਾਨੀ ਕਿ ਪਾਬੰਦ। ਅਸੀਂ ਕੀ ਹੋ ਜਾਂਦੇ ਆ, ਪੰਕਚੁਅਲ ਹੋ ਜਾਂਦੇ ਆ। ਟਾਈਮ ਹੋਵੇ, ਕੰਮ ਹੋਵੇ, ਕਿਸੇ ਦੀ ਵੀ ਪ੍ਰਤੀ ਸਾਡੀ ਪੰਕਚੁਅਲਿਟੀ ਹੋ ਜਾਂਦੀ ਹੈ ਨਾ। ਯਾਨੀ ਕਿ ਅਸੀਂ ਪੰਕਚੁਅਲ ਹੋ ਜਾਂਦੇ ਆ। ਔਰ ਕਦੋਂ ਹੋਵਾਂਗੇ ਪੰਕਚੁਅਲ, ਜਦੋਂ ਅਸੀਂ ਕੀ ਹੈ ਡਿਸਿਪਲਿਨ ਨੂੰ ਮੇਨਟੇਨ ਕਰ ਰਹੇ ਹਾਂ, ਹੈ ਨਾ। ਤਾਂ ਹੀ ਅਸੀਂ ਪੰਕਚੁਅਲ ਹੋ ਪਾਵਾਂਗੇ। ਉਸ ਤੋਂ ਬਾਅਦ L ਫॉर ਲੀਡਰਸ਼ਿਪ ਯਾਨੀ ਕਿ ਸਾਡੇ ਵਿੱਚ ਲੀਡਰਸ਼ਿਪ, ਇੱਕ ਲੀਡਰ ਬਣਨ ਦੀ ਕੁਆਲਿਟੀ ਆਂਦੀ ਹੈ। ਡਿਸਿਪਲਿਨ ਫੋਲੋ ਕਰਦੇ ਹੋਏ ਸਾਡੇ ਚ ਲੀਡਰਸ਼ਿਪ ਦੀ ਕੁਆਲਿਟੀ ਆਏਗੀ ਕਿ ਅਸੀਂ ਲੀਡਰਸ਼ਿਪ ਕਿੱਦਾਂ ਕਰਨੀ ਹੈ ਨਾ। ਲੀਡਰ ਕੀ ਹੁੰਦਾ, ਜੋ ਸਭ ਨੂੰ ਕਮਾਂਡ ਕਰ ਰਿਹਾ, ਜੋ ਸਾਰਿਆਂ ਦਾ ਨੇਤ੍ਰਿਤਵ ਕਰ ਰਿਹਾ। ਔਰ ਉਹ ਕਦੋਂ ਬਣਦਾ ਹੈ, ਜਦੋਂ ਬੰਦਾ ਡਿਸਿਪਲਿਨ ਨੂੰ ਫੋਲੋ ਕਰਦਾ ਹੈ। ਉਸ ਤੋਂ ਬਾਅਦ ਆਂਦਾ ਹੈ I ਫॉर ਇੰਪ੍ਰੈਸ਼ਨ ਆਫ ਬਿਲੀਫ ਯਾਨੀ ਕਿ ਵਿਸ਼ਵਾਸ ਦਾ ਪ੍ਰਭਾਵ। ਸਾਨੂੰ ਕੀ ਹੈ, ਸਾਨੂੰ ਖੁਦ ਤੇ ਵਿਸ਼ਵਾਸ ਹੁੰਦਾ ਹੈ, ਹੋਰਾਂ ਤੇ ਵਿਸ਼ਵਾਸ ਹੁੰਦਾ ਹੈ ਨਾ। ਡਿਸਿਪਲਿਨ ਕੀ ਹੈ, ਸਾਡੇ ਅੰਦਰ ਇੱਕ ਵਿਸ਼ਵਾਸ ਦੀ ਭਾਵਨਾ ਨੂੰ ਜਾਗਰਿਤ ਕਰਦਾ ਹੈ। ਔਰ ਇਹਦੇ ਨਾਲ ਕੀ ਹੈ, ਅਸੀਂ ਖੁਦ ਤੇ ਤਾਂ ਵਿਸ਼ਵਾਸ ਕਰਦੇ ਹਾਂ, ਸਾਨੂੰ ਦੂਸਰਿਆਂ ਉੱਪਰ ਵੀ ਵਿਸ਼ਵਾਸ ਹੁੰਦਾ, ਇੱਕ ਪੋਜ਼ਿਟਿਵਨੈਸ ਆਂਦੀ ਹੈ ਸਾਡੇ ਵਿੱਚ। ਉਸ ਤੋਂ ਬਾਅਦ ਨੈਕਸਟ ਹੈਗਾ N ਯਾਨੀ ਕਿ not to fail। ਜਦੋਂ ਅਸੀਂ ਡਿਸਿਪਲਿਨ ਫੋਲੋ ਕਰਦੇ ਹਾਂ ਤਾਂ ਅਸੀਂ ਕਦੇ ਲਾਈਫ 'ਚ ਫੇਲ ਨਹੀਂ ਹੋ ਸਕਦੇ, ਠੀਕ ਹੈ, ਕਦੇ ਫੇਲ ਨਹੀਂ ਹੋਵਾਂਗੇ। not to fail ਯਾਨੀ ਕਿ ਸਾਨੂੰ ਉਹ ਕਦੇ ਫੇਲ ਹੀ ਨਹੀਂ ਕਰ ਸਕਦਾ, ਠੀਕ ਹੈ। ਅਸੀਂ ਹਰ ਵਕਤ ਅਚੀਵਮੈਂਟ ਦੇ ਰਸਤੇ ਤੇ ਹੀ ਚੱਲਾਂਗੇ ਔਰ ਡਿਸਿਪਲਿਨ ਨੂੰ ਮੇਨਟੇਨ ਕਰਾਂਗੇ। ਉਸ ਤੋਂ ਬਾਅਦ E ਫॉर ਆਂਦਾ ਹੈ ਐਵਰ ਅਲਰਟ ਯਾਨੀ ਕਿ ਹਮੇਸ਼ਾ ਚੇਤਾਵਨੀ। ਯਾਨੀ ਕਿ ਕੀ ਹੈ, ਡਿਸਿਪਲਿਨ ਚ ਰਵਾਂਗੇ ਤਾਂ ਅਸੀਂ ਅਲਰਟ ਰਵਾਂਗੇ ਹਰ ਬੁਰੀ ਚੀਜ਼ ਤੋਂ, ਹਰ ਬੁਰੇ ਗੱਲ ਤੋਂ, ਹੈ ਨਾ, ਹਰ ਇੱਕ ਚੰਗੀ ਚੀਜ਼ ਤੋਂ, ਹਰ ਇੱਕ ਬੁਰੇ ਰਸਤੇ ਤੋਂ। ਮਤਲਬ ਕਿ ਅਸੀਂ ਕੀ ਹੈ, ਅਲਰਟ ਰਹਿ ਕੇ ਕੰਮ ਕਰਾਂਗੇ। ਜੇ ਡਿਸਿਪਲਿਨ ਹੋਏਗਾ ਤਾਂ ਸਾਡੀ ਅੰਦਰਲੀ ਵਿਲ ਪਾਵਰ ਇੰਨੀ ਕੁ ਸਟਰੋਂਗ ਹੋ ਜਾਂਦੀ ਹੈ, ਜਿਹਦੇ ਨਾਲ ਕੀ ਹੈ ਅਸੀਂ ਕਦੇ ਬੁਰੀਆਂ ਆਦਤਾਂ ਵੱਲ ਜਲਦੀ ਨਹੀਂ ਜਕੜੇ ਜਾਂਦੇ, ਠੀਕ ਹੈ। ਔਰ ਕੀ ਕਰਨਾ ਹੈ, ਅਸੀਂ ਇਸ ਨੂੰ ਮੇਨਟੇਨ ਕਰਨਾ ਹੈ। ਉਸ ਤੋਂ ਬਾਅਦ ਹੈ ਮੀਨਿੰਗ ਆਫ ਡਿਸਿਪਲਿਨ। ਹੁਣ ਮੀਨਿੰਗ ਕੀ ਹੈ, ਅਨੁਸ਼ਾਸਨ ਅੰਗਰੇਜ਼ੀ ਦੇ ਸ਼ਬਦ ਡਿਸਿਪਲਿਨ ਦਾ ਪੰਜਾਬੀ ਅਨੁਵਾਦ ਹੈ। ਮਤਲਬ ਕਿ ਕੀ ਹੈ, ਡਿਸਿਪਲਿਨ ਕੀ ਹੈ, ਪੰਜਾਬੀ ਦਾ ਅਨੁਵਾਦ ਹੈ, ਜਿਹਨੂੰ ਅਸੀਂ ਕੀ ਬੋਲਦੇ ਆ, ਅਨੁਸ਼ਾਸਨ। ਸਰ ਨੈਕਸਟ ਕਰ ਦੋ। ਔਰ ਇਹ ਕਿਹੜੇ ਵਰਡ ਤੋਂ ਲਿਆ ਗਿਆ, ਇਹ ਲਿਆ ਗਿਆ ਡਿਸਿਪਲਸ, है ना, लतीनी भाषा यानी कि लैटिन वर्ड तो लिया गया है, डिसिप्लस तो लिया गया, जिहदा अर्थ है जीवन जो कानून अते नियमां अनुसार चलाया जावे। मतलब कि एक ऐसी लाइफ स्टाइल, एक ऐसा साडा जीवन जिहदे विच अनुशासन है, नियम है, कानून है ना। और ओदे उपर की है, साडी लाइफ जो है चल रही है।
है ना। यानी कि डिसिप्लिन की है लतीनी भाषा दे डिसिप्लिस वर्ड तो साडी ਬਣਿਆ ਹੈ ਔਰ ਜਿਹਦੇ ਮਤਲਬ ਹੁੰਦਾ ਹੈ ਕਿ ਕਾਨੂੰਨ ਵਿੱਚ ਰਹਿੰਦੇ ਹੋਏ ਆਪਣਾ ਜੀਵਨ ਨੂੰ ਬਤੀਤ ਕਰਨਾ। ਨੈਕਸਟ ਸਰ, ਅਗਲਾ ਹੈ ਪ੍ਰੋਫੈਸਰ ਹਮਾਯੂ ਕਬੀਰ ਦੇ ਅਨੁਸਾਰ। ਹੁਣ ਪ੍ਰੋਫੈਸਰ ਹਮਾਯੂ ਕਬੀਰ ਦੇ ਅਨੁਸਾਰ ਡਿਸਿਪਲਿਨ ਦਾ ਮਤਲਬ ਕੀ ਹੈ? ਅਨੁਸ਼ਾਸਨ ਕਾਇਮ ਰੱਖਣ ਲਈ ਕਠੋਰ ਕਦਮ ਚੁੱਕੇ ਜਾਣੇ ਚਾਹੀਦੇ ਹਨ, ਜੇ ਨਾ ਚੁੱਕੇ ਜਾਣ ਤਾਂ ਵਿਦਿਆਰਥੀ ਦਾ ਜੀਵਨ ਖਤਰੇ ਵਿੱਚ ਹੁੰਦਾ ਹੈ। ਹੁਣ ਹਮਾਯੂ ਕਬੀਰ ਪ੍ਰੋਫੈਸਰ ਸੀ, ਉਹਨਾਂ ਨੇ ਡਿਸਿਪਲਿਨ ਨੂੰ ਕਿਵੇਂ ਪਰਿਭਾਸ਼ਿਤ ਕੀਤਾ? ਉਹਨਾਂ ਨੇ ਕਿਹਾ ਕਿ ਇਹਦੇ ਵਾਸਤੇ ਡਿਸਿਪਲਿਨ ਮੇਨਟੇਨ ਕਰਨ ਲਈ ਇੱਕ ਹਮੇਸ਼ਾ कठोर कदम चुकने चाहिए हैं, मतलब कि डिफिकल्ट स्टेप चुकने चाहिए हैं। अगर असी ये नहीं चुकते तो की है बच्चे जो है उन्हां दा जीवन जो है खराब हो सकता है, क्योंकि जे असी स्ट्रिक्टनेस नहीं वरत रहे हैं तो बच्चा की है गलत लाइन वल जा सकता है और जिहदे नाल की है ओदी पूरा लाइफ स्टाइल खराब हो सकता है। इस करके सानू की है कठोर कदम चुकने चाहिए हैं। नेक्स्ट सर, आधुनिक धारणा की कहती है? आधुनिक धारणा कहती है कि अनुशासन विच निर्माण हुंदा है, चित्र निर्माण हुंदा है, ठीक है, ओदा करैक्टर दा निर्माण हुंदा है, ओदा अपना विकास हुंदा है, ओदे करैक्टर दा विकास हुंदा है अगर असी अनुशासन विच रहिंदे आ। ਇਹ ਅੱਜ ਦੀ ਸੋਚ ਆ। ਆਜ਼ਾਦੀ ਨੂੰ ਹੀ ਅਨੁਸ਼ਾਸਨ ਦਾ ਮੁੱਢ ਮੰਨਿਆ ਜਾਂਦਾ ਹੈ। ਹੁਣ ਆਜ਼ਾਦੀ ਜੋ ਆ ਉਹਨੂੰ ਕੀ ਹੈ ਅਨੁਸ਼ਾਸਨ ਦਾ ਸਟਾਰਟਿੰਗ ਮੰਨਿਆ ਜਾਂਦਾ ਹੈ ਕਿ ਅਗਰ ਆਪਾਂ ਕਿਸੇ ਨੂੰ ਆਜ਼ਾਦੀ ਦੇਵਾਂਗੇ यानी कि असी ओनू अनुशासित करांगे। सही अनुशासन वो है जो अंदरों पैदा होवे, मतलब कि अनुशासन की है अंदरों पैदा होने वाली एक फीलिंग है जो अपने अंदर हुंदी है, इंटरनली अपनी विल पावर हुंदी है। ये बच्चे विच बाहरों नहीं लियांदा जांदा, सगों बच्चे विच अंदरों ही पैदा हुंदा है। हुण की है अनुशासन है बच्चे विच असी की है बाहरों नहीं दे सकते ओनू। अगर एक बच्चा गलत बिहेवियर करता है ये ओदी इंटरनल पावर है ना, वो इंटरनल ही उदा दा है और ਇਹਦੇ ਪਿੱਛੇ ਕਈ ਵਜ੍ਹਾ ਹੋ ਸਕਦੀਆਂ ਨੇ। और ਜਦੋਂ ਵੀ ਅਸੀਂ ਕਿਸੇ ਨੂੰ ਡਿਸਿਪਲਿਨ ਚ ਕਰਨਾ ਤਾਂ ਸਾਨੂੰ ਪੋਲਾਈਟਲੀ, और अगर ਪੋਲਾਈਟਲੀ ਨਹੀਂ ਸੁਣਦਾ ਤਾਂ ਸਾਨੂੰ ਕੀ ਹੈ ਕਠੋਰ ਕਦਮ ਜੋ ਹੈ ਚੁੱਕੇ ਜਾਣੇ ਚਾਹੀਦੇ ਆ। ਨੈਕਸਟ ਸਰ, डिसिप्लिन दो तरह की हुंदी है, एक हुंदी है सेल्फ कंट्रोल डिसिप्लिन यानी कि स्व नियंत्रण अनुशासन, और दूसरी हैगी इनफोर्स्ड डिसिप्लिन यानी कि लागू कीती अनुशासन। हुण स्व नियंत्रण अनुशासन की है जिहदे विच असी खुद नू खुद कंट्रोल कर रहे हैं, है ना, साडे अपना विल पावर और साडी अपनी अंदरली शक्ति सानू दसदी है कि असी इस काम नू करना है कि नहीं करना, है ना। वो की हुंदा सेल्फ कंट्रोल यानी कि असी खुद नू खुद कंट्रोल कर रहे हैं। और डिसिप्लिन वाले रस्ते ते अनुशासन कायम करन लई, अनुशासन मेनटेन करन लई असी अपने आप नू खुद कमांड करदे आ और खुद गाइड कर रहे हैं। लागू कीती अनुशासन हैगी है इनफोर्स्ड, जदों असी किसे नू फोर्सफुली डिसिप्लिन वाली लाइन वल आण लई प्रेरित करदे आ, यानी कि ओनू पनिशमेंट्स दिंदे आ या फिर ओनू फाइन्स लगांदे आ और ओनू फोर्सफुली डिसिप्लिन मेनटेन करन लई कहंदे आ, है ना। और दो तरह की डिसिप्लिन है, ठीक है। नेक्स्ट, ज्यादातर अनुशासन ਦੀਆਂ ਰਣਨੀਤੀਆਂ ਨੂੰ ਤਿੰਨ ਮੁੱਖ ਸ਼ੈਲੀਆਂ ਦੀ ਪਹੁੰਚ ਵਿੱਚ ਵੰਡਿਆ ਜਾ ਸਕਦਾ। ਹੁਣ ਤਿੰਨ ਸ਼ੈਲੀਆਂ ਵਿੱਚ ਇਹਨੂੰ ਵੰਡਦੇ ਆ, ਕਿਹੜੀਆਂ ਹੈਗੀਆਂ? ਸਭ ਤੋਂ ਪਹਿਲੀ ਹੈਗੀ ਰੋਕਥਾਮ ਅਨੁਸ਼ਾਸਨ यानी प्रिवेंटेटिव डिसिप्लिन, सेकंड हैगी सहयोगी अनुशासन यानी कि सपोर्टिव डिसिप्लिन, थर्ड हैगी करेक्टिव डिसिप्लिन यानी कि सुधारक अनुशासन। हुण की हैगियां ने ਉਹ ਇੱਕ ਇੱਕ ਕਰਕੇ ਦੱਸਦੀਆਂ। ਨੈਕਸਟ ਪਲੀਜ਼, ਰੋਕਥਾਮ ਪ੍ਰੀਵੈਂਸ਼ਨ। ਹੁਣ ਇਹ ਕੀ ਪ੍ਰੀਵੈਂਟੇਟਿਵ ਡਿਸਿਪਲਿਨ ਕੀ ਹੈਗਾ? ਇਹ ਹੈਗਾ ਹੈ ਜਦੋਂ ਤੁਸੀਂ ਐਡਮਿਸ਼ਨ ਲੈਂਦੇ ਹੋ ਕਿਤੇ ਵੀ, ਕੋਈ ਸਟੂਡੈਂਟ ਐਡਮਿਸ਼ਨ ਲੈਂਦਾ ਹੈ, ਟੀਚਰ ਜੋ ਹੈ ਪਹਿਲੇ 3-4 ਦਿਨ ਤੁਹਾਨੂੰ ਕਾਲਜ ਔਰ ਸਕੂਲ ਦੇ ਡਿਸਿਪਲਿਨ ਦੇ ਰੂਲਸ ਦੱਸਦਾ ਹੈ ਨਾ, ਤੁਹਾਨੂੰ ਰੂਲਸ ਦੱਸਦਾ ਹੈ, ਤੁਹਾਨੂੰ ਉਦਾਂ ਦਾ ਵਿਹਾਰ ਕਰਨ ਲਈ ਕਹਿੰਦਾ ਹੈ,
ठीक है। यानी कि ਤੁਹਾਨੂੰ ਉੱਥੇ ਦੇ ਜੋ ਤੌਰ ਤਰੀਕੇ ਨੇ ਜੋ ਵੀ ਉਹ ਤੁਹਾਨੂੰ ਸਮਝਾਉਂਦਾ ਹੈ ਪਹਿਲੇ 2-4 ਦਿਨ ਹੈ ਨਾ, ਉਹਨੂੰ ਅਸੀਂ ਬੋਲਦੇ ਆ ਪ੍ਰੀਵੈਂਟੇਟਿਵ ਡਿਸਿਪਲਿਨ। यानी कि प्रिवेंट किया जा रहा है, टीचर ਤੁਹਾਨੂੰ ਸਮਝਾ ਰਿਹਾ ਹੈ। मतलब कि पहले 4 दिन 2 दिन 3 दिन टीचर ने ਤੁਹਾਨੂੰ कॉलेज और संस्था ਦੇ ਕਦੋਂ रिसैस है, कਦੋਂ छुट्टी है, कਦੋਂ जाना है, कਦੋਂ आना है, किवें रहना है, किवें बैठना है, ये सब ਤੁਹਾਨੂੰ ਪਹਿਲਾਂ ਦੱਸ ਦਿੱਤਾ ਜਾਂਦਾ है। यानी कि प्रिवेंटेटिव डिसिप्लिन च इस तरीके ਨੂੰ अपनाया ਜਾਂਦਾ है। नेक्स्ट प्लीज। सैकेंड हैगा सहयोगी यानी कि स्पोर्टिव डिसिप्लिन। हुण स्पोर्टिव डिसिप्लिन की हैगा? स्पोर्टिव हैगा जदों ਤੁਸੀਂ अनुशासन ਨੂੰ मेनटेन नहीं करते और ਤੁਹਾਡਾ जो अध्यापक है ਤੁਹਾਨੂੰ ਗੱਲਾਂ ਨਾਲ ਤੁਹਾਨੂੰ ਦੱਸਦਾ ਹੈ, ठीक है। मतलब कि ਤੁਹਾਨੂੰ ਸਪੋਰਟ ਕਰਦਾ ਹੈ। ਜਿਵੇਂ ਤੋਂ ਟੀਚਰ ਰੋਜ਼ ਪਹਿਲੇ 3-4 ਦਿਨ ਟੀਚਰ ਨੇ ਤੁਹਾਨੂੰ ਦੱਸਿਆ ਕਿ ਇਹ ਸਾਡੇ ਰੂਲਸ ਨੇ, 5ਵੇਂ ਦਿਨ ਨੂੰ ਆਇਆ ਬਟ ਤੁਸੀਂ ਇੱਧਰ ਉੱਧਰ ਬਿਖਰੇ ਹੋਏ ਬੈਠੇ ਹੋ, ਤਾਂ ਟੀਚਰ ਆ ਕੇ ਕੀ ਕਰਦਾ ਹੈ? ਸੈਕਿੰਡ ਯਾਨੀ ਕਿ ਸਪੋਰਟਿਵ ਡਿਸਿਪਲਿਨ ਅਪਣਾਉਂਦਾ ਹੈ ਔਰ ਉਹ ਕੀ ਕਰਦਾ ਹੈ? ਤੁਹਾਨੂੰ ਸਹਿਯੋਗ ਕਰਦਾ ਹੈ, ਤੁਹਾਨੂੰ ਦੱਸਦਾ ਹੈ ਕਿ ਸੀਟ ਲੈ ਲਓ ਆਪਣੀ ਕਿਉਂਕਿ ਕਲਾਸ ਸਟਾਰਟ ਹੋ ਗਈ ਹੈ ਨਾ, ਹੁਣ ਤੁਹਾਡੀ ਪ੍ਰੇਅਰ ਦਾ ਟਾਈਮ ਹੈ, ਤੁਸੀਂ ਆ ਜਾਓ, खड़े हो जाओ। मतलब कि वो तुहानू की है जुबान नाल यानी कि बोल के तुहानू डिसिप्लिन वाले रस्ते ते और डिसिप्लिन सपोर्ट करदा है कि तुसी डिसिप्लिन नु मेंटेन करो। उस तो बाद थर्ड हैगा साडा करैक्टिव डिसिप्लिन। नेक्स्ट करना सर। करैक्टिव डिसिप्लिन की हुंदा है जिदे विच जदों ये 2 रूल्स नु असी अप्लाई कर चुके हुंदे आ। नेक्स्ट सर। ਜਦੋਂ ਇਹ 2 ਰੂਲਸ ਨੂੰ ਅਸੀਂ ਅਪਲਾਈ ਕਰ ਚੁੱਕੇ ਹੁੰਦੇ ਆ ਬਟ ਬੱਚਾ ਉਹ ਫਿਰ ਵੀ ਨਹੀਂ ਸੁਣਦਾ, ਤਾਂ ਥਰਡ ਜੋ ਹੈ ਕਰੈਕਟਿਵ ਡਿਸਿਪਲਿਨ ਅਪਣਾਇਆ ਜਾਂਦਾ ਹੈ, ਠੀਕ ਹੈ। ਥਰਡ ਡਿਸਿਪਲਿਨ ਅਪਣਾਇਆ ਜਾਂਦਾ ਹੈ, ਟੀਚਰ ਥਰਡ ਰੂਲ ਅਪਣਾਉਂਦਾ ਹੈ। ਜਦੋਂ ਉਹ ਕੀ ਕਰਦਾ ਹੈ ਟੀਚਰ ਨੂੰ ਬੱਚੇ ਨੂੰ ਕੀ ਹੈ ਟੀਚਰ ਡਾਂਟਦਾ ਹੈ, ਝਿੜਕਦਾ ਹੈ, ਠੀਕ ਹੈ, ਉਹਨੂੰ ਫਾਈਨਸ ਲਗਾਉਂਦਾ ਹੈ ਔਰ ਉਹਨੂੰ ਕੀ ਕਰਦਾ ਹੈ ਕਰੈਕਟ ਕਰਦਾ ਹੈ, ਉਹਦਾ ਡਿਸਿਪਲਿਨ ਕਰੈਕਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਹਦੇ ਵਿੱਚ ਕੀ ਹੈ ਉਹ मतलब कि कई तरह ਦੇ ਟੋਟਕੇ ਅਪਣਾਉਂਦਾ ਹੈ ਨਾ, ਕਈ ਤਰ੍ਹਾਂ ਦੇ ਰੂਲਸ ਅਪਣਾਉਂਦਾ ਹੈ, ਕਈ ਤੁਹਾਨੂੰ ਪਨਿਸ਼ ਕਰਦਾ ਹੈ ਕਿ ਅੱਜ ਤੁਸੀਂ ਲੇਟ ਆਏ ਹੋ ਕਲਾਸ ਦੇ ਵਿੱਚ ਤਾਂ ਤੁਸੀਂ ਕੀ ਹੈ ਅੱਧਾ ਘੰਟਾ ਬਾਹਰ ਖੜੇ ਹੋਵੋ ਤਾਂ ਜੋ ਕੱਲ ਤੋਂ ਟਾਈਮ ਤੇ ਆਉਂਗੇ। ਇਹ ਕੀ ਹੁੰਦਾ? ਇਹ ਹੁੰਦਾ ਕਰੈਕਟਿਵ ਡਿਸਿਪਲਿਨ। ਨੈਕਸਟ ਸਰ। सुधारक अनुशासन। हुण करैक्टिव डिसिप्लिन जो है वो भी 2 तरह की हुंदी है ना। करैक्टिव डिसिप्लिन 2 तरह की यानी कि एक हुंदी है पॉजिटिव अप्रोच, एक हुंदी है नेगेटिव अप्रोच। हुण पॉजिटिव अप्रोच की हुंदी है? पॉजिटिव अप्रोच हैगी है जिन्हों असी बोलते हैं सकारात्मक पहुंच, यानी कि जीवन का एक ढंग जो नियंत्रण तो मिलके सहयोग वल जाता है, ठीक है। ਜਿਹਦੇ ਵਿੱਚ ਟੀਚਰ ਕੀ ਹੈ ਇੱਕ ਪੋਜ਼ਿਟਿਵ ਥਿੰਕਿੰਗ ਦਿੰਦੇ ਹੋਏ ਬੱਚੇ ਨੂੰ ਕੀ ਹੈ ਡਿਸਿਪਲਿਨ ਮੇਨਟੇਨ ਕਰਨ ਲਈ ਕਹਿੰਦਾ ਹੈ ਨਾ, ਇੱਕ ਪੋਜ਼ਿਟਿਵ ਸੋਚ ਉਹਦੇ ਦਿਮਾਗ ਵਿੱਚ ਪਾਉਂਦਾ ਕਿ ਨਹੀਂ ਬੱਚੇ ਤੂੰ ਇਹ ਕਰ ਸਕਦਾ। ਕਈ ਬੱਚੇ ਹੁੰਦੇ ਆ ਉਹ ਜਲਦੀ ਹਾਰ ਮੰਨ ਲੈਂਦੇ ਆ ਕਿ ਨਹੀਂ ਮੇਰੇ ਤੋਂ ਨਹੀਂ ਇਹ ਹੋ ਸਕਦਾ, ਮੈਂ ਨਹੀਂ ਕਰ ਸਕਦਾ, ਬਟ ਇੱਕ ਟੀਚਰ ਉਹਨੂੰ ਪਿੱਛੋਂ ਦਿਓ ਪੋਜ਼ਿਟਿਵ ਸਪੋਰਟ ਦਿੰਦੇ ਹੋਏ ਉਹਨੂੰ ਅਪਰੋਚ ਦਿੰਦੇ ਹੋਏ ਉਹਨੂੰ ਕੀ ਕਰਦੇ ਆ ਡਿਸਿਪਲਿਨ ਵਾਲੇ ਰਸਤੇ ਤੇ ਲੈ ਕੇ ਆਉਂਦੇ ਆ ਔਰ ਉਹਦੇ ਤੋਂ ਮੇਨਟੇਨ ਕਰਵਾਉਂਦੇ ਆ ਕਿ ਬੇਟਾ ਤੂੰ ਇਹ ਕਰ ਸਕਦਾ ਹੈ ਨਾ। ਇੱਕ ਪੋਜ਼ਿਟਿਵ ਸੋਚ ਹੁੰਦੀ ਹੈ ਟੀਚਰ ਦੀ। ਉਸ ਤੋਂ ਬਾਅਦ ਆਂਦੀ ਹੈ ਨੈਗੇਟਿਵ ਅਪਰੋਚ। ਨੈਗੇਟਿਵ ਅਪਰੋਚ ਕੀ ਹੁੰਦੀ ਹੈ? ਨੈਗੇਟਿਵ ਅਪਰੋਚ ਹੁੰਦੀ ਹੈ ਜਦੋਂ ਟੀਚਰ ਡਿਸਿਪਲਿਨ ਮੇਨਟੇਨ ਕਰਨ ਲਈ ਬੱਚੇ ਦੇ ਨਾਲ ਨੈਗੇਟਿਵਲੀ ਬਿਹੇਵ ਕਰਦਾ, ਜਿਵੇਂ ਕਿ ਉਹਨੂੰ ਪਨਿਸ਼ ਕਰਦਾ ਹੈ ਨਾ, ਉਹਨੂੰ ਸਜ਼ਾ ਦਿੰਦਾ। ਹੁਣ ਘਰ ਵਿੱਚ ਵੀ ਅਸੀਂ ਰਹਿੰਦੇ ਆ, ਘਰ ਵਿੱਚ ਕੀ ਹੁੰਦਾ ਹੈ? ਘਰ ਵਿੱਚ ਹੁੰਦਾ ਹੈ ਕਿ ਆਪਣੇ ਪੈਰੈਂਟਸ ਵੀ ਆਪਾਂ ਨੂੰ ਪਨਿਸ਼ ਕਰਦੇ ਆ ਹੈ ਨਾ, ਜਦੋਂ ਅਸੀਂ ਡਿਸਿਪਲਿਨ ਮੇਨਟੇਨ ਨਹੀਂ ਕਰਦੇ, ਉਹਨਾਂ ਦੀ ਗੱਲ ਨਹੀਂ ਮੰਨਦੇ, ਆਪਾਂ ਨੂੰ ਘਰ ਵਿੱਚ ਵੀ ਕੀ ਹੈ ਪਨਿਸ਼ ਕੀਤਾ ਜਾਂਦਾ ਹੈ ਕਿ ਮੰਮੀ ਕਹੋਗੇ ਕੋਈ ਗੱਲ ਨਹੀਂ ਮੈਂ 2 ਦਿਨ ਤੈਨੂੰ ਨਹੀਂ ਬੁਲਾਣਾ, ਤੂੰ ਮੇਰੀ ਗੱਲ ਨਹੀਂ ਮੰਨੀ ਹੈ ਨਾ। ਔਰ ਕੀ ਹੁੰਦਾ ਉਹਦੇ ਵਿੱਚ? ਉਹ ਤੁਹਾਨੂੰ ਇੱਕ ਸਜ਼ਾ ਦਿੱਤੀ ਜਾਂਦੀ ਹੈ ਨਾ। ਔਰ ਇਹ ਕੀ ਹੁੰਦੀ ਹੈ? ਇਹ ਹੁੰਦੀ ਹੈ ਨੈਗੇਟਿਵ ਅਪਰੋਚ। ਜੀ ਜਦੋਂ ਕਿਸੇ ਨੂੰ ਅਸੀਂ ਨੈਗੇਟਿਵਲੀ ਪਨਿਸ਼ ਕਰਦੇ ਹੋਏ ਜਾਂ ਫਿਰ ਉਹਨੂੰ
जुर्माना करते हुए हुण बच्चे स्कूल विच जांदे आ यूनीफॉर्म नहीं पाई हुंदी प्रॉपर तो स्कूल वाले की करते हैं पहला ओनू दसदे है कि पहले दिन ओनू अलर्ट नोटिस दे के छड़ दिंदे है कि कल तो तुसी प्रॉपर यूनीफॉर्म च आना है। अगले दिन भी बच्चा नहीं यूनीफॉर्म च जांदा घर आके वो कहंदा कि मैं यूनीफॉर्म च जाना पर अगले दिन भी यूनीफॉर्म प्रॉपर नहीं पा के जांदा की करते हैं फाइन लगाया जाता है और जो फाइन लगता है उन्होंने अज फाइन लगता है कल फाइन लगता है 2 दिन फाइन लगता है 2 दिन फाइन दे रहा है जमा करवा रहा है तीसरे दिन की है वो ऑटोमैटिक डिसिप्लिन फॉलो करन लग जाता है और की है अपनी प्रॉपर यूनीफॉर्म दे विच जाण लग जाता है यानी कि की है एक नैगेटिव अप्रोच का सहारा लिया बच्चे नूं डिसिप्लिन सिखाउण वास्ते। उस तो बाद आंदा है चंगे अनुशासन दी विशेषतावां। चंगे अनुशासन ਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ ਚੰਗੇ ਅਨੁਸ਼ਾਸਨ ਦੀਆਂ ਵਿਸ਼ੇਸ਼ਤਾ ਹੈ ਅੰਦਰੂਨੀ ਅਤੇ ਸਵੈ ਪ੍ਰੇਰਿਤ ਇਹ ਸਾਨੂੰ ਅੰਦਰੋਂ ਹੀ ਪ੍ਰੇਰਿਤ ਕਰਦੀ ਹੈ ਠੀਕ ਹੈ ਅੰਦਰੂਨੀ ਹੁੰਦੀ ਹੈ ਠੀਕ ਹੈ ਆਪਾਂ ਕਦੇ ਬਾਹਰੋਂ ਡਿਸਪਲਿਨ ਨਹੀਂ ਲਿਆ ਸਕਦੇ ਬਾਹਰੋਂ ਕਿਸੇ ਨੂੰ ਜ਼ਬਰਦਸਤੀ ਸਿਖਾ ਨਹੀਂ ਸਕਦੇ ਸਾਨੂੰ ਅੰਦਰੋਂ ਹੁੰਦੀ ਹੈ। रचनात्मक सानू की है रचनात्मक सोच दिंदी है ना रचनात्मक बनाउंदी है ਅਸੀਂ ਕੋਈ ਵੀ ਕੰਮ ਕਰਦੇ ਆ ਤਾਂ ਸਾਡੀ ਵੀ ਉਹਦੇ ਲਈ ਇੱਕ ਪੋਜ਼ਿਟਿਵ ਸੋਚ ਹੁੰਦੀ ਹੈ ਅਸੀਂ ਕਹਿੰਦੇ ਆ ਕਿ ਨਹੀਂ ਅਸੀਂ ਕਰ ਸਕਦੇ ਆ ਹੈ ਨਾ। ਉਸ ਤੋਂ ਬਾਅਦ ਸਹਿਯੋਗ ਦੀ ਭਾਵਨਾ ਸਾਡੇ ਵਿੱਚ ਕੀ ਆਉਂਦੀ ਹੈ ਸਹਿਯੋਗ ਦੀ ਭਾਵਨਾ ਆਉਂਦੀ ਹੈ ਅਸੀਂ ਕੀ ਕਰਦੇ ਆ ਦੂਸਰਿਆਂ ਨੂੰ ਕੋਆਪਰੇਟ ਕਰਨ ਲੱਗ ਜਾਂਦੇ ਆ ਕਿਉਂ ਕਿਉਂਕਿ ਸਾਡੇ ਚ ਡਿਸਪਲਿਨ ਫੋਲੋ ਬਣ ਚੁੱਕਾ ਹੈ ਔਰ ਸਾਡੀ ਡਿਸਪਲਿਨ ਲੈਵਲ ਇੰਨਾ ਹਾਈ ਹੋ ਚੁੱਕਾ ਹੈ ਕਿ सानू पता है कि असी किसी नू हेल्प करनी है और साडे अंदरों है ना क्योंकि डिसिप्लिन फॉलो कर रहे हैं साडे अंदरों सोच सानू आ रही है। उस तो बाद आजादी असी खुद नू आजाद फील करते हैं है ना आजादी सानू लगता है कि असी आजाद आ क्योंकि असी अनुशासन मेनटेन कर रहे हैं तो पेरेंट्स और टीचर सब सानू आजाद छड़ दिंदे ने कि ये बच्चा जो है डिसिप्लिन फॉलो कर रहा अनुशासन मेनटेन कर रहा है और इनो सिंसियर बच्चा हैगा ओनू ज्यादा डांटना नहीं है झिड़कदा नहीं है कोई पाबंदी नहीं लगांदा ओनू की है आजाद छड़ दिता जाता है। उस तो बाद समाजिक अनुशासन हुण असीं समाजिक तौर ते अगर अनुशासन नू फॉलो कर रहे हैं तो असीं समाज विच की है एक अचीवमेंट हासिल कर सकते हैं है ना समाज विच अपना नाम कमा सकते हैं और नाम कदों कमाया जाता जदों असीं डिसिप्लिन मेनटेन करते हैं। उस तो बाद हैगा लोकतंत्री सिक्ख्या उत्ते आधारित ਹੁਣ ਲੋਕਤੰਤਰੀ ਸਿੱਖਿਆ ਕੀ ਹੈ ਜਿਹਦੇ ਵਿੱਚ ਸਾਨੂੰ ਫ੍ਰੀਲੀ ਸਟੱਡੀ ਕਰਵਾਈ ਜਾਂਦੀ ਹੈ ਲੋਕਤੰਤਰੀ ਸਿੱਖਿਆ ਦੇ ਤੌਰ ਤੇ ਸਾਨੂੰ ਆਜ਼ਾਦ ਕਿਸਮ ਦੇ ਕੁਐਸਚਨਿੰਗ ਆਨਸਰਿੰਗ ਕਰਦੇ ਹੋਏ ਆਜ਼ਾਦ ਤਰੀਕੇ ਦੇ ਨਾਲ ਇੱਕਦਮ ਫ੍ਰੀਲੀ ਹਰ ਇੱਕ ਸਬਜੈਕਟ ਹਰ ਇੱਕ ਚੀਜ਼ ਨੂੰ ਟੀਚ ਕੀਤਾ ਜਾਂਦਾ ਹੈ ਨਾ ਔਰ ਉਹਦੇ ਨਾਲ ਕੀ ਹੈ ਡਿਸਪਲਿਨ ਸਾਡੇ ਵਿੱਚ ਕੀ ਹੈ ਡਿਸਪਲਿਨ ਦੀ ਭਾਵਨਾ ਹੁੰਦੀ ਹੈ ਤਾਂ ਹੀ ਏਦਾਂ ਹੁੰਦਾ। उस तो बाद है सकारात्मक साडी जो सोच है सकारात्मक हुंदी है यानी कि पॉजिटिव सोच हुंदी है साडी ਸਾਡੇ ਵਿੱਚ ਇੱਕ ਵਿਲ ਪਾਵਰ ਮੇਨਟੇਨ ਹੋ ਜਾਂਦੀ ਹੈ ਕਿ ਨਹੀਂ ਅਸੀਂ ਇਹ ਕੰਮ ਕਰ ਸਕਦੇ ਹਾਂ ਸਾਡੇ ਖੁਦ ਦਾ ਮਨ ਸਾਨੂੰ ਕਹਿੰਦਾ ਹੈ ਕਿ ਇਹ ਕਿਵੇਂ ਨਹੀਂ ਹੋ ਸਕਦਾ ਇਹ ਕੰਮ ਤਾਂ ਮੈਂ ਕਰ ਸਕਦਾ ਔਰ ਅਸੀਂ ਕੀ ਕਰਦੇ ਹਾਂ ਉਹਦੇ ਲਈ ਹਾਰਡ ਵਰਕ ਕਰਨਾ ਸ਼ੁਰੂ ਕਰ ਦਿੰਦੇ ਹਾਂ ਡਿਸਿਪਲਿਨ ਫੋਲੋ ਕਰ ਰਹੇ ਹਾਂ ਔਰ ਕੀ ਹੈ ਅਸੀਂ ਸਕਾਰਾਤਮਕ ਸੋਚ ਦੇ ਨਾਲ ਅੱਗੇ ਅੱਗੇ ਡੇਲੀ ਵਧ ਰਹੇ ਹਾਂ ਔਰ ਸਕਸੈਸ ਹਾਸਿਲ ਕਰ ਰਹੇ ਹਾਂ। ਪਿਆਰ ਤੇ ਆਧਾਰਿਤ ਆਸ਼ਾਵਾਦੀ ਹੁਣ ਪਿਆਰ ਤੇ ਆਧਾਰਿਤ ਹੈ ਡਿਸਿਪਲਿਨ ਨਾਲ ਕੀ ਹੈ ਅਗਰ ਕੋਈ ਬੱਚਾ ਡਿਸਿਪਲਿਨ फॉलो कर रहा है ना मेंटेन कर रहा डिसिप्लिन और अनुशासन विच रहिंदा हर टाइम क्लास विच तां हर कोई ओनू प्यार ही करदा है ना आपां कहंदे आ कि बच्चा बहुत नाइस है और टीचर की है चार जने आगे प्रेज करदा है आशावादी सोच बनदी है जे असीं डिसिप्लिन मेंटेन कर रहे हैं साडी सोच भी आशावादी हुंदी है कि नहीं आशा दी किरण है कि नहीं मैं आ करूंगा मैं इस बार टॉप करूंगा है ना ये की है ये साडी एक अनुशासन नू मेंटेन करन ते जो साडे अंदर बदलाव आंदे ने ਇਹ ਸਾਰੇ ਉਹ ਬਦਲਾਵ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਅੰਦਰ ਫੀਲ ਕਰ ਸਕਦੇ ਹਾਂ। ਨੈਕਸਟ ਆਂਦਾ ਰਿਜ਼ਲਟ ਆਫ ਡਿਸਿਪਲਿਨ ਹੁਣ ਰਿਜ਼ਲਟ ਕੀ ਆਉਂਦਾ ਡਿਸਿਪਲਿਨ ਦਾ ਹੁਣ ਜੋ ਬੱਚੇ ਡਿਸਿਪਲਿਨ ਮੇਨਟੇਨ ਕਰਦੇ ਆ ਤਾਂ ਉਹਨਾਂ ਨੂੰ ਕੀ ਹੈ ਰਿਜ਼ਲਟ ਮਿਲਦਾ 100% ਕਿਉਂਕਿ ਡੀ ਜਿਹੜਾ ਹੈ ਅਲਫਾਬੈਟ 4 है ना A B C D 4 अल्फाबेट I 9 अल्फाबेट है ना S 19 C 3 I 9 P 16 L 12 1 मतलब कि I 9 N 14
E5 ਜਦੋਂ ਅਸੀਂ ਇਹ ਅਲਫਾਬੈਟ ਜਿੰਨੇ ਨੰਬਰਸ ਤੇ ਹੈਗੇ ਡਿਸਪਲਿਨ ਦਾ ਸਾਰਾ ਟੋਟਲ ਕਰ ਲੈਂਦੇ ਆ ਯਾਨੀ ਕਿ ਇਹਦਾ ਸਾਰਾ ਜੋੜ ਲਗਾ ਦਿੰਦੇ ਆ ਤਾਂ ਕੀ ਆਂਦਾ ਨੰਬਰ 100 ਯਾਨੀ ਕਿ ਡਿਸਪਲਿਨ ਦਾ ਅਸੀਂ ਅਗਰ ਇੱਕ ਇੱਕ ਵਰਡ ਫੋਲੋ ਕਰ ਰਹੇ ਆ ਤਾਂ ਅਸੀਂ ਕੀ ਆ 100% ਕਾਮਯਾਬ ਹੁੰਦੇ ਆ। ਨੈਕਸਟ ਆਂਦਾ ਡਿਸਪਲਿਨ ਕੀ ਹੈ ਵਟ ਇਜ਼ ਇਨਡਿਸਪਲਿਨ। ਹੁਣ अनुशासनहीनता की है डिसिप्लिनता ਅਸੀਂ ਪਿੱਛੇ ਦੇਖ ਲਿਆ ਕਿ क्या है और ਉਹਦਾ ਰਿਜ਼ਲਟ ਕੀ ਆਂਦਾ। अनुशासनहीनता ਕੀ ਹੁੰਦੀ ਹੈ। अनुशासनहीनता ਦਾ ਅਰਥ ਹੈ ਵਿਕਾਰ ਬੇਈਮਾਨੀ ਅਤੇ ਕਿਸੇ ਸੰਸਥਾ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਨਾ। ਹੁਣ ਕੀ ਹੈਗਾ ਕਿ ਅਗਰ ਅਸੀਂ ਕਿਸੇ ਵੀ ਸੰਸਥਾ ਜਾਂ ਕਿਸੇ ਵੀ ਜੋ ਨਿਯਮ ਬਣੇ ਹੋਇਆ ਚਾਹੇ ਉਹ ਘਰ ਚ ਚਾਹੇ ਉਹ ਸੰਸਥਾ ਚ ਚਾਹੇ ਕਾਲਜ ਚ ਚਾਹੇ ਸਕੂਲ ਚ ਚਾਹੇ ਸੋਸਾਇਟੀ ਦੇ ਨਿਯਮ ਆ ਜੇ ਅਸੀਂ ਉਹਨਾਂ ਨੂੰ ਫੋਲੋ ਨਹੀਂ ਕਰਦੇ ਤਾਂ ਉਹ ਕੀ ਹੈਗਾ ਇਨਡਿਸਿਪਲਿਨ ਯਾਨੀ ਕਿ अनुशासन ठीक है इनडिसिप्लिन। ਹੁਣ ਪੀਸੀ ਰੈਨ ਦੇ ਅਨੁਸਾਰ ਕੀ ਹੈ ਇਨਡਿਸਿਪਲਿਨ ਦੀ ਭਾਵਨਾ ਪੀਸੀ ਰੈਨ ਨੇ ਕਿਆ ਦੱਸਿਆ ਇਹਦੇ ਬਾਰੇ। ਜਿਸ ਤਰ੍ਹਾਂ ਬਲ ਸੈਨਾ ਜਲ ਸੈਨਾ ਹਵਾਈ ਸੈਨਾ ਦੀ ਹੋਂਦ ਲਈ ਅਨੁਸ਼ਾਸਨ ਜ਼ਰੂਰੀ ਹੈ ਉਸੇ ਤਰ੍ਹਾਂ ਕਿਸੇ ਵੀ ਸਕੂਲ ਜਾਂ ਸੰਸਥਾ ਦੇ ਲਈ ਅਨੁਸ਼ਾਸਨ ਦਾ ਹੋਣਾ ਬਹੁਤ ਜ਼ਰੂਰੀ ਹੈ। ਮਤਲਬ ਕਿ ਜਿਵੇਂ ਹੁਣ ਆਪਣੇ ਜਲ ਸੈਨਾ ਵਾਯੂ ਸੈਨਾ ਬਲ ਸੈਨਾ ਜਿੰਨੇ ਵੀ ਇਹ ਸੈਨਾਵਾਂ ਨੇ ਇਹਨਾਂ ਦਾ ਕਿਆ ਹੈ ਡਿਸਿਪਲਿਨ ਬਹੁਤ ਜ਼ਿਆਦਾ ਸਟ੍ਰਿਕਟ ਹੁੰਦਾ ਹੈ ਨਾ ਔਰ ਇਹਨੂੰ ਫੋਲੋ ਵੀ ਕਰਦੇ ਆ ਤਾਂ ਹੀ ਇੰਨੀ ਕਾਮਯਾਬੀ ਹਾਸਲ ਕਰਦੇ ਆ। ਔਰ ਕਹਿੰਦੇ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ। ਇੱਕ ਬੱਚੇ ਵਿੱਚ ਅਨੁਸ਼ਾਸਨ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਹਰ ਕੋਈ ਇਸ ਨੂੰ ਫੋਲੋ ਕਰਦੇ ਹੋਏ ਅੱਗੇ ਅੱਗੇ ਜਾ ਰਿਹਾ ਹੈ ਤਾਂ ਕੀ ਹੈ ਇਹਦੇ ਨਾਲ ਉਹਨੂੰ ਕੀ ਹੈ ਕਾਮਯਾਬੀ ਮਿਲ ਰਹੀ ਹੈ। ਹੁਣ ਅੱਗੇ ਹੈ ਅਨੁਸ਼ਾਸਨਹੀਨਤਾ ਦੇ ਕਾਰਨ ਕੀ ਹੋ ਸਕਦੇ ਅਗਰ ਇੱਕ ਬੱਚਾ ਇਨਡਿਸਿਪਲਿਨ ਹੈ ਅਨੁਸ਼ਾਸਨਹੀਨ ਹੈ ਤਾਂ ਉਹਦੇ ਕੀ ਕਾਰਨ ਹੋ ਸਕਦੇ ਉਹਦੇ ਕਾਰਨ ਹੈ ਨਿੱਜੀ ਕਾਰਨ ਸਮਾਜਿਕ ਕਾਰਨ ਵਿਦਿਅਕ ਕਾਰਨ ਮਨੋਵਿਗਿਆਨਿਕ ਕਾਰਨ ਰਾਜਨੀਤਿਕ ਕਾਰਨ ਯਾਨੀ ਕਿ ਇਹ ਸਾਰੇ ਕਾਰਨ ਹੁੰਦੇ ਆ ਜਿਹਦੇ ਕਰਕੇ ਬੱਚਾ ਅਨੁਸ਼ਾਸਨਹੀਨਤਾ ਦਾ ਰਸਤੇ ਵੱਲ ਜਾਣ ਲੱਗ ਜਾਂਦਾ ਹੈ। ਨੈਕਸਟ ਪਲੀਜ਼ ਸਰ। ਨਿੱਜੀ ਕਾਰਨ ਹੁਣ ਨਿੱਜੀ ਕਾਰਨ ਕੀ ਹੁੰਦੇ ਆ ਨਿੱਜੀ ਕਾਰਨ ਹੁੰਦੇ ਆ ਘਰ ਦਾ ਵਾਤਾਵਰਣ ਠੀਕ ਨਾ ਹੋਣਾ ਮਾਨਸਿਕ ਤੌਰ ਤੇ ਪਛੜੇ ਹੋਣਾ ਕਾਰਨ ਉੱਤਮ ਬੁੱਧੀ ਵਾਲੇ ਵਿਦਿਆਰਥੀਆਂ ਦੇ ਕਾਰਨ ਸਰੀਰਕ ਅਤੇ ਮਾਨਸਿਕ ਸੰਤੁਲਨ ਹੋਣ ਕਾਰਨ ਬਾਗੀ ਉਮਰ ਦਾ ਹੋਣਾ। ਹੁਣ ਨਿੱਜੀ ਕਾਰਨ ਕੀ ਹੁੰਦੇ ਆ ਨਿੱਜੀ ਕਾਰਨ ਹੈ ਅਗਰ ਉਹਦੇ ਘਰ ਵਿੱਚ ਮਾਹੌਲ ਸਹੀ ਨਹੀਂ ਹੈਗਾ ਪੈਰੈਂਟਸ ਕੀ ਹੈ ਹਰ ਟਾਈਮ ਲੜ ਰਹੇ ਆਪਸ ਦੇ ਵਿੱਚ ਨਹੀਂ ਉਹਨਾਂ ਦਾ ਇੱਕ ਦੂਸਰੇ ਦੇ ਨਾਲ ਸਪੋਰਟ ਬੱਚੇ ਨੂੰ ਕਰ ਰਹੇ ਜਿਹਦੇ ਕਰਕੇ ਕੀ ਹੈ ਬੱਚਾ ਇਨਡਿਸਿਪਲਿਨ ਹੋ ਜਾਂਦਾ ਕਿਉਂਕਿ ਉਹਨੂੰ ਘਰੋਂ ਹੀ ਓਦਾਂ ਦਾ ਮਾਹੌਲ ਮਿਲਿਆ ਹੋਇਆ। ਉਸ ਤੋਂ ਬਾਅਦ ਹੈ ਉਹਦੀ ਮਾਨਸਿਕ ਸਥਿਤੀ ਪਿਛੜੀ ਹੋਈ ਹੈ ਕਿਉਂਕਿ ਪੈਰੈਂਟਸ ਦੀ ਸੋਚ ਜੋ ਹੈ ਇੰਨੀ ਐਡਵਾਂਸ ਨਹੀਂ ਹੋਈ ਔਰ ਪੈਰੈਂਟਸ ਜੋ ਹੈ ਬੱਚੇ ਦੇ ਫਿਊਚਰ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਨਹੀਂ ਇੰਨਾ ਸੋਚ ਰਹੇ ਤਾਂ ਉਹਦੇ ਨਾਲ ਕੀ ਹੈ ਬੱਚੇ ਦੀ ਸੋਚ ਵੀ ਪਿਛੜੀ ਹੋਈ ਰਹਿ ਜਾਂਦੀ ਹੈ। ਇਹਦਾ ਵੀ ਇੱਕ ਕਾਰਨ ਹੁੰਦਾ ਇਨਡਿਸਿਪਲਿਨ ਹੋਣ ਦਾ। ਹੁਣ ਅਸੀਂ ਦੇਖਿਆ ਕਈ ਜਗ੍ਹਾ ਤੇ ਮੰਮੀਆਂ ਕਿਆ ਕਹਿੰਦੀਆਂ ਨੇ ਅਸੀਂ ਤਾਂ ਕੁੜੀਏ ਭਾਂਡੇ ਮਾਂਜੇ ਨੇ ਤੇ ਵੀ ਅੱਗੇ ਜਾ ਕੇ ਭਾਂਡੇ ਮਾਂਜਣੇ ਨੇ ਹੈ ਨਾ ਇਹ ਉਹਨਾਂ ਦੀ ਕਿਆ ਇੱਕ ਲੈਂਗੁਏਜ ਹੁੰਦੀ ਹੈ ਇੱਕ ਸੋਚ ਹੁੰਦੀ ਹੈ ਮਤਲਬ ਕਿ ਪਛੜੀ ਹੋਈ ਜਿਹਦੇ ਕਰਕੇ ਉਹ ਬੱਚੇ ਨੂੰ ਵੀ ਮੋਟੀਵੇਟ ਨਹੀਂ ਕਰਦੇ ਔਰ ਅੱਗੇ ਨਹੀਂ ਆਣ ਦਿੰਦੇ ਉਹਦੇ ਦਿਮਾਗ ਵਿੱਚ ਵੀ ਉਹੀ ਸੋਚ ਭਰ ਦਿੰਦੇ ਆ ਜਿਹਦੇ ਕਰਕੇ ਕੀ ਹੈ ਬੱਚਾ ਅਨੁਸ਼ਾਸਨਹੀਨਤਾ ਦਾ शिकार हो जाता है। और अगर कोई बच्चा बहुत ज्यादा इंटेलिजेंट है ना बहुत ज्यादा इंटेलिजेंट है बट की है ਉਹਨੂੰ ਪ੍ਰੋਪਰ ਸਕੋਪ ਨਹੀਂ ਮਿਲ ਪਾ ਰਹੇ ਨਾ ਘਰ ਵੱਲੋਂ ਫੈਮਿਲੀ ਵੱਲੋਂ ਨਾ ਟੀਚਰ ਵੱਲੋਂ ਤਾਂ ਕੀ ਆ ਉਹ ਕੀ ਕਰਦਾ ਉਹ ਇਨਡਿਸਿਪਲਿਨ ਦਾ ਸਹਾਰਾ ਲੈਂਦਾ ਉਹ ਉਧਰਲੀ ਲਾਈਨ ਵੱਲ ਨੂੰ ਜਾਣ ਲੱਗ ਜਾਂਦਾ ਕਿਉਂਕਿ ਜੋ ਉਹਦੇ ਅੰਦਰ ਦੀਆਂ ਇੱਛਾਵਾਂ ਨੇ ਉਹ ਕੰਪਲੀਟ ਨਹੀਂ ਹੋ ਪਾ ਰਹੀਆਂ ਹੈ ਨਾ ਜਿਹਦੇ ਕਰਕੇ ਕੀ ਹੈ ਇਨਡਿਸਿਪਲਿਨ ਦਾ ਵਿੱਚ ਉਹ ਆਪਣੇ ਆਪ ਨੂੰ ਢਾਲਣ ਲੱਗ ਜਾਂਦਾ। ਸਰੀਰਕ ਤੇ ਮਾਨਸਿਕ असंतुलन होने कारण ਹੁਣ ਸਰੀਰਕ ਤੇ ਮਾਨਸਿਕ असंतुलन ਹੋਣ ਕਾਰਨ ਕੀ ਹੈ ਮਤਲਬ ਕਿ ਅਗਰ ਇੱਕ ਬੱਚੇ ਦੇ ਵਿੱਚ ਕੋਈ ਸਰੀਰਕ ਤੌਰ ਤੇ ਡਿਫੈਕਟ ਹੈਗਾ ਹੈ ਨਾ ਉਹਦੀ ਆਈ ਸਾਈਟ ਨਹੀਂ ਸਹੀ ਅੱਖ ਵਿੱਚ ਕੋਈ ਨੁਕਸ ਹੈ ਉਹਦੇ ਹੱਥ ਵਿੱਚ ਕੋਈ ਨੁਕਸ ਹੈ ਉਹਦੇ ਪੈਰ ਵਿੱਚ ਜਿਹਦੇ ਕਰਕੇ ਕੀ ਹੈ ਸਭ ਉਹਦਾ ਮਜ਼ਾਕ ਬਣਾਉਣ ਲੱਗ ਜਾਂਦੇ ਆ ਕਿ ਇਹਦਾ ਤਾਂ ਏਦਾਂ ਆ ਇਹ ਤਾਂ ਨਹੀਂ ਕਰ ਸਕਦਾ। ਹੁਣ ਅਸੀਂ ਕਈ ਵਾਰ ਦੇਖਿਆ ਕਿ ਕਈ ਪੇਂਟਰਸ ਹੁੰਦੇ ਆ ਹੱਥ ਨਹੀਂ ਹੁੰਦਾ ਉਹਨਾਂ ਦਾ ਔਰ ਬ੍ਰਸ਼ ਨੂੰ ਮੂੰਹ ਨਾਲ ਪਕੜ ਕੇ ਪੈਰਾਂ ਨਾਲ ਪਕੜ ਕੇ ਇੰਨੀ ਸੋਹਣੀ ਸੋਹਣੀ ਪੇਂਟਿੰਗ ਬਣਾਉਂਦੇ ਆ ਹੈ ਨਾ ਯਾਨੀ ਕਿ ਕਿਆ ਹੈ ਉਹਨਾਂ ਦੀ ਇੱਕ ਵਿਲ ਪਾਵਰ ਆ ਕਿ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਕਿ ਕੋਈ ਉਹਨਾਂ ਨੂੰ ਕਿਆ ਕਹਿ ਰਿਹਾ ਹੈ ਕਿਆ ਨਹੀਂ ਕਹਿ ਰਿਹਾ
ਉਹ ਆਪਣਾ ਕੰਮ ਜੋ ਪ੍ਰੋਪਰ ਜੋ ਉਹਨਾਂ ਦੀ ਸੋਚ ਹੈ ਔਰ ਜੋ ਉਹ ਚਾਹੁੰਦੇ ਆ ਉਹਨੂੰ ਉਹ ਕਰ ਰਹੇ ਹੈ। ਉਸ ਤੋਂ ਬਾਅਦ ਹੈ ਬਾਗੀ ਉਮਰ ਦਾ ਹੋਣਾ। ਅਗਰ ਆਪਣੀ ਏਜ ਅਡਲਟ ਯਾਨੀ ਟੀਨੇਜਰ ਹੈ, ਟੀਨੇਜ ਵਿੱਚ ਬੱਚੇ ਜੋ ਹੈ ਵੱਧ ਸਪੋਰਟ ਮੰਗਦੇ ਆ ਪੈਰੈਂਟਸ ਦੀ, ਟੀਚਰ ਦੀ, ਅਗਰ ਉਹ ਉਹਨਾਂ ਨੂੰ ਨਹੀਂ ਮਿਲਦੀ ਤਾਂ ਕੀ ਹੈ ਅਨੁਸ਼ਾਸਨਹੀਨਤਾ ਉਹਨਾਂ ਵਿੱਚ ਆ ਜਾਂਦੀ ਹੈ। ਉਸ ਤੋਂ ਬਾਅਦ ਹੈ ਸਮਾਜਿਕ ਕਾਰਨ। ਹੁਣ ਸਮਾਜਿਕ ਕਾਰਨ ਕੀ ਹੁੰਦੇ ਆ? ਸਮਾਜਿਕ ਕਾਰਨ ਹੈ ਵਿਦਿਆਰਥੀਆਂ ਵਿੱਚ ਬੁਰੀਆਂ ਆਦਤਾਂ ਦਾ ਪੈਦਾ ਹੋਣਾ, ਮਾਤਾ ਪਿਤਾ ਵੱਲੋਂ ਸਹਿਯੋਗ ਨਾ ਹੋਣਾ, ਗਰੀਬੀ, ਸਮਾਜ ਦੁਆਰਾ ਪੈਦਾ ਕੀਤੀ ਗਈ ਬੁਰਾਈ। ਹੁਣ ਸਮਾਜਿਕ ਕਾਰਨ ਕੀ ਹੈ? ਵਿਦਿਆਰਥੀਆਂ ਚ ਸਮਾਜਿਕ ਤੌਰ ਤੇ ਬੁਰੀ ਆਦਤਾਂ ਦਾ ਪੈ ਜਾਣਾ। ਅਗਰ ਉਹਦੀ ਸੋਸਾਇਟੀ ਸਹੀ ਨਹੀਂ ਹੈਗੀ, ਉਹਦਾ ਫਰੈਂਡ ਸਰਕਲ ਸਹੀ ਨਹੀਂ ਹੈਗਾ, ਉਹਦੇ ਆਲੇ ਦੁਆਲੇ ਉੱਠਣ ਬੈਠਣ ਵਾਲੇ ਬੱਚੇ ਗਲਤ ਸੰਗਤ ਦੇ ਹੈ ਤਾਂ ਕੀ ਹੈ ਸਮਾਜਿਕ ਤੌਰ ਤੇ ਉਹਨਾਂ ਨਾਲ ਲਿੰਕਡ ਹੋ ਜਾਂਦਾ ਹੈ ਔਰ ਕੀ ਹੁੰਦਾ ਹੈ ਉਹਨਾਂ ਦੇ ਨਾਲ ਰਹਿ ਕੇ ਉਹ ਵੀ ਵਿਗੜ ਜਾਂਦਾ ਹੈ, ਯਾਨੀ ਕਿ ਅਨੁਸ਼ਾਸਨਹੀਨਤਾ ਦਾ ਕਾਰਨ ਬਣਦਾ ਇਹ। ਮਾਤਾ ਪਿਤਾ ਵੱਲੋਂ ਸਹਿਯੋਗ ਨਾ ਹੋਣਾ ਔਰ ਗਰੀਬੀ ਦਾ ਹੋਣਾ। ਹੁਣ ਮਾਤਾ ਪਿਤਾ ਉਹਨੂੰ ਸਪੋਰਟ ਨਹੀਂ ਕਰ ਰਹੇ, ਬੱਚਾ ਡੇਲੀ ਇੱਕ ਚਾਹੁੰਦਾ ਹੈ ਕਿ ਉਹਦੇ ਵੱਲ ਧਿਆਨ ਦਿੱਤਾ ਜਾਏ, ਪ੍ਰੋਪਰ ਕਨਸੈਂਟਰੇਟ ਕਰਨ, ਸਾਰੇ ਜਣੇ ਉਹਦੇ ਵੱਲ ਧਿਆਨ ਦੇਣ, ਉਹਦੀਆਂ ਗੱਲਾਂ ਸੁਣਨ, ਉਹਨਾਂ ਨਾਲ ਟਾਈਮ ਸਪੈਂਡ ਕਰਨ, ਬਟ ਪੈਰੈਂਟਸ ਕੋਲ ਉਹ ਟਾਈਮ ਨਹੀਂ ਹੈਗਾ। ਘਰ ਚ ਗਰੀਬੀ ਹੈ, ਮੰਮੀ ਵੀ ਜੌਬ ਕਰਦੀ ਹੈ, ਫਾਦਰ ਵੀ ਜੌਬ ਕਰਦੇ ਹੈ, ਦੋਨੋਂ ਜਣੇ ਜੌਬ ਕਰ ਰਹੇ ਆ, ਟਾਈਮ ਨਹੀਂ ਹੈਗਾ, ਬੱਚੇ ਵੱਲ ਧਿਆਨ ਨਹੀਂ ਦੇ ਰਹੇ ਔਰ ਬੱਚਾ ਕੀ ਕਰਦਾ ਆਪਣਾ ਧਿਆਨ ਹੋਰ ਪਾਸੇ ਲਗਾ ਦਿੰਦਾ ਹੈ ਔਰ ਕੀ ਹੈ ਇਨਡਿਸਿਪਲਿਨ ਦਾ ਸ਼ਿਕਾਰ ਹੋ ਜਾਂਦਾ ਹੈ। ਸਮਾਜਿਕ ਦੁਆਰਾ ਪੈਦਾ ਕੀਤੀਆਂ ਗਈਆਂ ਬੁਰਾਈਆਂ। ਹੁਣ ਸਮਾਜ ਦੁਆਰਾ, ਸਮਾਜ ਵਿੱਚ ਜਿਵੇਂ ਨਸ਼ੇ ਚੱਲਦੇ ਆ ਹੈ ਨਾ ਔਰ ਹੋਰ ਬੁਰਾਈਆਂ ਚੱਲਦੀਆਂ ਨੇ, ਸ਼ਰਾਬ, ਸਮੋਕਿੰਗ, ਬੱਚੇ ਕੀ ਹੈ ਇਹਨਾਂ ਦੀ ਸੰਗਤ ਵਿੱਚ ਪੈ ਜਾਂਦੇ ਆ, ਇਹਨਾਂ ਦੇ ਨਾਲ ਆਪਣਾ ਮੇਲ ਜੋਲ ਵਧਾ ਲੈਂਦੇ ਆ ਕਿਉਂਕਿ ਪੈਰੈਂਟਸ ਟੀਚਰ ਕੋਲ ਉਹਨਾਂ ਟਾਈਮ ਨਹੀਂ ਹੁੰਦਾ ਕਿ ਬੱਚਿਆਂ ਵੱਲ ਦੇ ਸਕਣ, ਡਿਵੋਟ ਕਰ ਸਕਣ ਤਾਂ ਕੀ ਹੈ ਉਹ ਇੱਕ ਕੰਪਨੀ ਚਾਹੁੰਦੇ ਆ, ਉਹਨਾਂ ਦੀ ਕੰਪਨੀ ਏਦਾਂ ਦੀ ਹੋ ਜਾਂਦੀ ਹੈ ਤਾਂ ਕੀ ਹੋ ਜਾਂਦਾ ਹੈ ਉਹ ਸਮਾਜਿਕ ਕਾਰਨ ਬਣ ਜਾਂਦਾ ਜਿਹਦੇ ਨਾਲ ਉਹ ਇਨਡਿਸਪਲਿਨ ਹੋ ਜਾਂਦੇ ਆ। ਹੁਣ ਉਸ ਤੋਂ ਬਾਅਦ ਨੈਕਸਟ ਆਉਂਦਾ ਵਿਦਿਅਕ ਕਾਰਨ। ਹੁਣ ਵਿਦਿਅਕ ਕਾਰਨ ਕੀ ਹੁੰਦੇ ਆ? ਸਿੱਖਿਆ ਦੇ ਉਦੇਸ਼ਾਂ ਦਾ ਸੰਕੀਰਣ ਹੋਣਾ, ਦੋਸ਼ਪੂਰਨ ਪਾਠਕ੍ਰਮ, ਦੋਸ਼ਪੂਰਨ ਸਿੱਖਿਆ ਵਿਧੀਆਂ, ਦੋਸ਼ਪੂਰਨ ਸਮਾਂ ਸਾਰਣੀ, ਚੰਗੇ ਅਧਿਆਪਕਾਂ ਦੀ ਘਾਟ, ਦੋਸ਼ਪੂਰਨ ਪ੍ਰੀਖਿਆ ਪ੍ਰਣਾਲੀ, ਸਹਾਇਕ ਕਿਰਿਆਵਾਂ ਦੀ ਘਾਟ ਹੋਣਾ, ਯਾਨੀ ਕਿ ਸਿੱਖਿਆ ਦੇ ਲੈਵਲ ਵਿੱਚ ਦੋਸ਼ ਹੋਣਾ, ਸਹੀ ਟਾਈਮ ਟੇਬਲ ਨਾ ਬਣਿਆ ਹੋਣਾ। ਹੁਣ ਟਾਈਮ ਟੇਬਲ ਜਦੋਂ ਬਣਾਉਂਦੇ ਆ ਉਦੋਂ ਦੇਖਦੇ ਆ ਕਿ ਇੱਕ ਲਾਈਟ ਸਬਜੈਕਟ ਲਿਆ ਹੁੰਦਾ ਔਰ ਇੱਕ ਜਿਹੜਾ ਸਬਜੈਕਟ ਹੈ ਉਹ ਥੋੜਾ ਟਫ ਲਿਆ ਹੁੰਦਾ ਹੈ ਨਾ, ਜਿਵੇਂ ਡਰਾਇੰਗ ਦਾ, ਡਰਾਇੰਗ ਤੋਂ ਬਾਅਦ ਮੈਥ ਹੈ ਨਾ, ਇਹਦਾ ਮਤਲਬ ਕਿ ਇੱਕ ਟਾਈਮ ਟੇਬਲ ਉਸ ਹਿਸਾਬ ਨਾਲ ਸੈੱਟ ਕੀਤਾ ਜਾਂਦਾ ਹੈ ਕਿ ਬੱਚਾ ਜੋ ਹੈ ਮਾਨਸਿਕ ਤੌਰ ਤੇ ਮਤਲਬ ਕਿ ਬਹੁਤ ਜ਼ਿਆਦਾ ਬਰਡਨ ਉਹਦੇ ਦਿਮਾਗ ਵਿੱਚ ਨਾ ਪੈ ਜਾਏ, ਉਹ ਸਮਾਂ ਸਾਰਣੀ ਸਹੀ ਬਣਾਈ ਜਾਂਦੀ ਹੈ। ਟੀਚਰ ਜਿਹੜੇ ਹੁੰਦੇ ਆ ਉਹ ਅਗਰ ਚੰਗੇ ਨਹੀਂ ਉਹਨਾਂ ਨੂੰ ਮਿਲੇ, ਮਤਲਬ ਕਿ ਜਿਸ ਲੈਵਲ ਤੱਕ ਦੇ ਜਾਂ ਜਿਸ ਟਾਈਪ ਦੇ ਟੀਚਰ, ਹੁਣ ਕਈ ਆਪਣੇ ਸਕੂਲ ਦੇਖੇ ਆ ਪਿੰਡਾਂ ਵਿੱਚ, ਛੋਟੇ ਛੋਟੇ ਸਕੂਲ ਖੁੱਲੇ ਹੁੰਦੇ ਨੇ, ਉੱਥੇ ਕੀ ਹੁੰਦਾ ਹੈ ਉੱਥੇ 10th +2 ਪਾਸ ਟੀਚਰ ਜਿਹੜੇ ਰੱਖ ਲਏ ਜਾਂਦੇ ਆ ਔਰ ਉਹੀ ਬੱਚਿਆਂ ਨੂੰ ਅੱਗੇ ਪੜਾਉਂਦੇ ਆ, ਮਤਲਬ ਕਿ ਉਹਨਾਂ ਨੂੰ ਪ੍ਰੋਪਰ ਟੀਚਰ ਨਹੀਂ ਮਿਲ ਪਾਉਂਦੇ, ਪ੍ਰੋਪਰ ਗਾਈਡੈਂਸ ਨਹੀਂ ਹੁੰਦੀ। ਟੀਚਰ ਉਹਨਾਂ ਦੀ ਆਪਣੀ 40% 45% ਮਾਰਕਸ ਆਏ ਹੁੰਦੇ ਨੇ ਔਰ ਉਹਨਾਂ ਨੂੰ ਕੀ ਕਰਦੇ ਆ ਘੱਟ ਸੈਲਰੀ ਦੇ ਉੱਪਰ ਟੀਚਰ ਲਗਾ ਦਿੰਦੇ ਆ, ਅਪਾਇੰਟ ਕਰ ਦਿੰਦੇ ਆ ਔਰ ਉੱਥੇ ਜੋ ਬੱਚੇ ਪੜ੍ਹਦੇ ਆ ਉਹ ਜ਼ਿਆਦਾ ਅਨੁਸ਼ਾਸਨਹੀਨਤਾ ਦਾ ਕਾਰਨ ਬਣਦੇ ਆ ਕਿਉਂਕਿ ਉਹਨਾਂ ਨੂੰ ਪ੍ਰੋਪਰ ਨਹੀਂ ਮਿਲੇ ਟੀਚਰ ਜੋ ਉਹਨਾਂ ਨੂੰ ਸਮਝਾਉਣ, ਉਹਨਾਂ ਨੂੰ ਚੰਗੇ ਰਸਤੇ ਲੈ ਜਾਣ, ਹੈ ਨਾ। ਔਰ ਆਪਣੀ ਪ੍ਰੀਖਿਆ ਪ੍ਰਣਾਲੀ ਜੋ ਹੈ ਜਿਹਦੇ ਵਿੱਚ ਕੀ ਹੈ ਅਸੀਂ ਬੱਚਿਆਂ ਨੂੰ ਪੜ੍ਹਾ ਕੁਛ ਰਹੇ ਆ, ਪ੍ਰੀਖਿਆ ਪ੍ਰਣਾਲੀ ਕੁਛ ਆ ਰਹੀ ਹੈ, ਇਹ ਜੋ ਕਾਰਨ ਬਣਦੇ ਆ ਇਹ ਬੱਚੇ ਨੂੰ ਅਨੁਸ਼ਾਸਨਹੀਨਤਾ ਵੱਲ ਲਿਜਾਣ ਦਾ ਇੱਕ ਮੇਨ ਕਾਰਨ ਬਣ ਜਾਂਦੇ ਆ, ਜਿਹਦੇ ਵਿੱਚ ਸਾਡੇ ਪਾਠ ਇੱਕ ਉਹਦੇ ਅਕੋਰਡਿੰਗ ਨਹੀਂ ਹੁੰਦੇ ਔਰ ਸਾਡੇ ਉਦੇਸ਼ ਪੂਰੇ ਨਹੀਂ ਹੁੰਦੇ, ਮਤਲਬ ਕਿ ਸਿੱਖਿਆ ਲਿਮਿਟਿਡ ਰਹਿ ਜਾਂਦੀ ਹੈ। ਬੱਚਾ ਕਾਫੀ ਕੁਝ ਜਾਣਨਾ ਚਾਹੁੰਦਾ ਹੈ ਬਟ ਉਹਨੂੰ ਲਿਮਿਟਿਡ ਜੋ ਟੌਪਿਕ ਹੁੰਦੇ ਆ ਉਹਦੇ ਲਿਮਿਟਿਡ ਜੋ ਵਿੱਚ ਦੱਸਿਆ ਹੁੰਦਾ ਉਹਦੇ ਬਾਰੇ ਹੀ ਦੱਸਿਆ ਜਾਂਦਾ ਹੈ। ਇਹ ਕੀ ਕਾਰਨ ਬਣ ਜਾਂਦੇ ਆ? ਇਹ ਬਣ ਜਾਂਦੇ ਆ ਇਨਡਿਸਪਲਿਨ ਦੇ ਕਾਰਨ। ਹੁਣ ਅੱਗੇ ਹੈਗੇ ਆ ਮਨੋਵਿਗਿਆਨਿਕ ਕਾਰਨ। ਮਨੋਵਿਗਿਆਨਿਕ ਕਾਰਨ ਹੈ ਕੁਦਰਤੀ ਸੂਝ ਨੂੰ ਖਤਮ ਕਰਨਾ, ਨਿਰਾਸ਼ਤਾ ਦੀ ਭਾਵਨਾ ਹੋਣਾ, ਮਾਤਾ ਪਿਤਾ ਤੇ ਅਧਿਆਪਕਾਂ ਦੀ ਕਮਜ਼ੋਰੀ, ਕਠੋਰ ਵਤੀਰਾ ਹੋਣ ਦਾ ਕਾਰਨ। ਹੁਣ ਮਨੋਵਿਗਿਆਨਿਕ ਕਾਰਨ ਕੀ ਹੈ? ਮਨੋਵਿਗਿਆਨਿਕ
ਅਗਰ ਆਪਾਂ ਬੱਚੇ ਦੀ ਜੋ ਸੂਝਾਂ ਨੂੰ ਖਤਮ ਕਰ ਦਾਂਗੇ, ਸੂਝ ਮਤਲਬ ਜੋ ਉਹਦੀ ਸੋਚ ਹੈ, ਆਈਕਿਊ ਆਈਕਿਊ ਸੈਂਸ ਜਿਹਨੂੰ ਬੋਲਦੇ ਆ, ਹੈ ਨਾ, ਬੱਚੇ ਦੀ ਆਈਕਿਊ ਸੈਂਸ ਬਹੁਤ ਜ਼ਿਆਦਾ ਹੈਗੀ ਆ, ਉਹ ਬਹੁਤ ਜਲਦੀ ਚੀਜ਼ਾਂ ਨੂੰ ਕੈਚ ਕਰਦਾ। ਬਟ ਆਪਾਂ ਬੱਚਾ ਇੱਕ ਚੀਜ਼ ਜਲਦੀ ਸਿੱਖ ਕੇ ਅਗਲੀ ਚੀਜ਼ ਨੂੰ ਕਹਿੰਦਾ ਹੈ ਕਿ ਮੈਨੂੰ ਫਟਾਫਟ ਇਹ ਸਿਖਾਇਆ ਜਾਏ, ਬਟ ਕੀ ਹੈ ਜਦੋਂ ਅਸੀਂ ਉਹਦੀ ਇਹ ਸੋਚ ਨੂੰ ਖਤਮ ਕਰ ਦਿੰਦੇ ਆ, ਹੈ ਨਾ, ਇਹ ਕੀ ਹੈ, ਮਨੋਵਿਗਿਆਨਿਕ ਕਾਰਨ ਬਣਦਾ ਹੈ ਜਦੋਂ ਉਹ ਅਨੁਸ਼ਾਸਨਹੀਨਤਾ ਦਾ ਸ਼ਿਕਾਰ ਹੋ ਜਾਂਦਾ। ਨਿਰਾਸ਼ ਹੋ ਜਾਣਾ, ਜਦੋਂ ਉਹ ਨਿਰਾਸ਼ ਹੋ ਜਾਂਦਾ ਮਤਲਬ ਕਿ ਉਹਦੇ ਅੰਦਰ ਨਿਰਾਸ਼ਤਾ ਦੀ ਭਾਵਨਾ ਪੈਦਾ ਹੋ ਜਾਂਦੀ ਹੈ, ਤਾਂ ਕੀ ਹੈ, ਉਹ ਅਨੁਸ਼ਾਸਨਹੀਨਤਾ ਵੱਲ ਜਾਂਦਾ ਹੈ। ਮਾਤਾ ਪਿਤਾ ਤੇ ਅਧਿਆਪਕ ਕੀ ਹੈ, ਉਹਨੂੰ ਪ੍ਰੋਪਰ ਸਮਝ ਨਹੀਂ ਪਾਉਂਦੇ ਕਿ ਬੱਚੇ ਦੀ ਇੰਟੈਲੀਜੈਂਸੀ ਕੀ ਕਹਿੰਦੀ ਹੈ, ਬੱਚੇ ਦਾ ਧਿਆਨ ਕਿਸ ਸਬਜੈਕਟ ਵੱਲ ਹੈ। ਕੋਈ ਬੱਚਾ ਹੁੰਦਾ ਉਹਦਾ ਧਿਆਨ ਹੁੰਦਾ ਹੈ ਕਿ ਸਾਇੰਸ ਵੱਲ, ਕਿਸੇ ਦਾ ਹੁੰਦਾ ਕਲਾਕ੍ਰਿਤੀ ਵੱਲ, ਕਿਸੇ ਦਾ ਹੁੰਦਾ ਗੇਮਸ ਵੱਲ। ਬਟ ਜਦੋਂ ਉਸ ਦੀ ਸਹੀ ਆਈਕਿਊ ਔਰ ਸਹੀ ਪਹਿਚਾਨ ਨਹੀਂ ਕੀਤੀ ਜਾਂਦੀ, ਜਾਂ ਉਹਨੂੰ ਸਹੀ ਜਗ੍ਹਾ ਮੋਟੀਵੇਟ ਨਹੀਂ ਕੀਤਾ ਜਾਂਦਾ, ਪੈਰੈਂਟਸ ਔਰ ਟੀਚਰ ਉਹਨੂੰ ਸਹੀ ਜਗ੍ਹਾ ਉਹਦੇ ਜੋ ਜਿੱਧਰ ਨੂੰ ਉਹਦਾ ਇੰਟਰਸਟ ਆ ਉਧਰ ਨੂੰ ਉਹਨੂੰ ਨਹੀਂ ਭੇਜਦੇ, ਜਾਂ ਉਧਰ ਨੂੰ ਨਹੀਂ ਧਿਆਨ ਦਿੰਦੇ, ਜਾਂ ਉਹਨੂੰ ਉਧਰ ਨੂੰ ਮੋਟੀਵੇਟ ਨਹੀਂ ਕਰਦੇ, ਉਹ ਕੀ ਹੋ ਜਾਂਦਾ, ਉਹਦੇ ਮਨੋਵਿਗਿਆਨਿਕ ਇੱਕ ਕਾਰਨ ਹੁੰਦਾ ਜਿਹਦੇ ਕਰਕੇ ਕੀ ਆ ਅਨੁਸ਼ਾਸਨਹੀਨਤਾ ਦਾ ਵਿੱਚ ਉਹ ਬੱਚਾ ਪੈ ਜਾਂਦਾ। ਹੁਣ ਕਠੋਰ ਵਤੀਰਾ, ਅਗਰ ਆਪਾਂ ਸਟ੍ਰਿਕਟਲੀ ਵਤੀਰਾ ਕਰ ਰਹੇ ਹਾਂ, ਹੈ ਨਾ, ਬੱਚੇ ਦੇ ਨਾਲ ਕਠੋਰ ਵਤੀਰਾ ਸਾਡਾ ਬਹੁਤ ਜ਼ਿਆਦਾ ਸਟ੍ਰਿਕਟ ਹੈ ਬੱਚੇ ਦੇ ਲਈ, ਅਸੀਂ ਹਰ ਟਾਈਮ ਉਹਨੂੰ ਡਾਂਟੀ ਜਾ ਰਿਹਾ, ਉਹ ਕੀ ਹੈ, ਅਨੁਸ਼ਾਸਨਹੀਨਤਾ ਦਾ ਇੱਕ ਕਾਰਨ ਬਣ ਜਾਂਦਾ। ਉਸ ਤੋਂ ਬਾਅਦ ਹੈ ਰਾਜਨੀਤਿਕ ਕਾਰਨ। ਹੁਣ ਰਾਜਨੀਤਿਕ ਕਾਰਨ ਕੀ ਹੈਗੇ ਆ? ਰਾਜਨੀਤਿਕ ਕਾਰਨ ਹੈਗੇ ਆ ਕਿ ਜਿਵੇਂ ਬੱਚਿਆਂ ਰਾਜਨੀਤਿਕ ਪਾਰਟੀਆਂ ਦਾ ਬੁਰਾ ਪ੍ਰਭਾਵ ਪੈਣਾ, ਲੋਕ ਰਾਜ ਦਾ ਅਰਥ ਨਾ ਸਮਝਣਾ, ਨੈਤਿਕ ਪਤਨ। ਹੁਣ ਕਈ ਕੀ ਹੁੰਦੇ ਆ, ਬੱਚੇ ਪੋਲਿਟਿਕਸ ਨਾਲ ਮਿਲ ਜਾਂਦੇ ਆ। ਜਦੋਂ ਤੱਕ ਸਾਨੂੰ ਆਪਣਾ ਡਿਸਿਪਲਿਨ ਨਹੀਂ ਮੇਨਟੇਨ ਕਰ ਸਕਦੇ, ਸਾਡੀ ਸੋਚ ਉਸ ਤਰ੍ਹਾਂ ਦੀ ਨਹੀਂ ਬਣਦੀ, ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਸਾਨੂੰ ਕਿਆ ਹੈ, ਇਹ ਰਾਜਨੀਤਿਕ ਪਾਰਟੀਆਂ ਤੋਂ ਦੂਰ ਰਹਿਣਾ ਚਾਹੀਦਾ, ਰਾਜਨੀਤਿਕ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ। ਖਾਸ ਕਰਕੇ ਪੜ੍ਹਨ ਵਾਲੇ ਬੱਚੇ, ਜਦੋਂ ਤੱਕ ਉਹਨਾਂ ਨੂੰ ਉਹਨਾਂ ਦਾ ਆਪਣਾ ਅਸਲੀ ਟੀਚਾ ਨਹੀਂ ਪਤਾ ਲੱਗਦਾ ਕਿ ਸਾਡਾ ਟੀਚਾ ਕੀ ਹੈ ਨਾ, ਔਰ ਉਹਨਾਂ ਨੂੰ ਲੋਕਤੰਤਰ ਦਾ ਮਤਲਬ ਨਹੀਂ ਪਤਾ ਹੁੰਦਾ ਕਿ ਲੋਕ ਰਾਜ ਕੀ ਹੈ, ਲੋਕਾਂ ਦਾ ਆਪਣਾ ਰਾਜ, ਹੈ ਨਾ, ਉਹਨਾਂ ਦਾ ਪਤਨ ਹੋ ਰਿਹਾ, ਯਾਨੀ ਕਿ ਉਹਨਾਂ ਨੂੰ ਯੂਜ਼ ਕੀਤਾ ਜਾ ਰਿਹਾ। ਜਦੋਂ ਆਪਣੇ ਪ੍ਰੋਫਿਟ ਦੇ ਲਈ ਰਾਜਨੀਤਿਕ ਪਾਰਟੀਆਂ ਬੱਚਿਆਂ ਦਾ ਯੂਜ਼ ਕਰਦੀਆਂ ਨੇ, ਇਸਤੇਮਾਲ ਕਰਦੀਆਂ ਨੇ, ਐਡਵਰਟਾਈਜ਼ ਕਰਦੀਆਂ ਨੇ, ਉਹਦੇ ਨਾਲ ਕੀ ਹੈ, ਇੱਕ ਅਨੁਸ਼ਾਸਨਹੀਨਤਾ ਦਾ ਉਹਨਾਂ ਦੇ ਵਿੱਚ ਕਾਰਨ ਬਣ ਜਾਂਦਾ ਹੈ, ਜਿਹਦੇ ਕਰਕੇ ਬੱਚੇ ਕੀ ਹੈ, ਜ਼ਿਆਦਾ ਗਲਤ ਰਸਤਿਆਂ ਵੱਲ ਜਿਹੜੇ ਆ ਚਲੇ ਜਾਂਦੇ ਆ। ਨੈਕਸਟ ਸਾਡਾ ਹੈਗਾ ਅਨੁਸ਼ਾਸਨਹੀਨਤਾ ਨੂੰ ਦੂਰ ਕਰਨ ਦੇ ਉਪਾਏ। ਹੁਣ ਉਪਾਏ ਕੀ ਹੈ? ਆਦਰਸ਼ ਮਿਸਾਲ ਪੇਸ਼ ਕਰਨਾ, ਯਾਨੀ ਕਿ ਬੱਚੇ ਨੂੰ ਕੀ ਹੈ, ਇੱਕ ਮਿਸਾਲ ਪੇਸ਼ ਕਰਕੇ ਦਿਖਾਣੀ, ਆਦਰਸ਼ ਬਣਨਾ, ਉਹਦੇ ਮੋਟੀਵੇਸ਼ਨ ਬਣਨਾ। ਜਿਵੇਂ ਆਪਾਂ ਕਹਿੰਦੇ ਆ ਨਾ, ਫਲਾਨਾ ਸਾਡਾ ਇੰਸਪੀਰੇਸ਼ਨ ਆ, ਸਾਨੂੰ ਉਹ ਤੋਂ ਇੰਸਪੀਰੇਸ਼ਨ ਮਿਲੀ ਤਾਂ ਕਰਕੇ ਅਸੀਂ ਇਸ ਲਾਈਨ ਨੂੰ ਜਾਏ। ਇੱਕ ਆਦਰਸ਼ ਮਿਸਾਲ ਪੇਸ਼ ਕਰਨੀ ਹੈ ਹਮੇਸ਼ਾ ਬੱਚੇ ਦੇ ਅੱਗੇ। ਉਸ ਤੋਂ ਬਾਅਦ ਵਿਅਕਤੀਗਤ ਸੰਪਰਕ ਹੋਣਾ, ਇੱਕ ਉਹਦੇ ਨਾਲ ਸੰਪਰਕ, ਵਿਅਕਤੀਗਤ ਤੌਰ ਤੇ ਸੰਪਰਕ ਹੋਣਾ। ਇੱਕ ਸਟੂਡੈਂਟ ਦੇ ਤੌਰ ਤੇ ਟੀਚਰ ਦਾ ਉਹਦੇ ਨਾਲ ਜੁੜਿਆ ਹੋਣਾ ਸਹੀ ਨਹੀਂ ਹੈ, ਉਹ ਉਹਦੇ ਨਾਲ ਪਰਸਨਲੀ ਤੌਰ ਤੇ ਜੁੜੇ, ਉਹਦੀਆਂ ਹਰ ਕਿਹਦੇ ਨਾਲ ਉਹ ਉੱਠ ਰਿਹਾ, ਬੈਠ ਰਿਹਾ, ਉਹਦੇ ਘਰ ਦਾ ਮਾਹੌਲ ਕੀ ਹੈ, ਇਹ ਹਰ ਟੀਚਰ ਨੂੰ ਪਤਾ ਹੋਣਾ ਚਾਹੀਦਾ। ਮਤਲਬ ਕਿ ਪਰਸਨਲੀ ਤੌਰ ਤੇ ਟੀਚਰ ਉਹਦੇ ਨਾਲ, ਬੱਚੇ ਨਾਲ ਬਹੁਤ ਜ਼ਿਆਦਾ ਅਟੈਚਡ ਹੋਣਾ ਚਾਹੀਦਾ। ਹਮਦਰਦੀ ਅਤੇ ਪਿਆਰ ਵਾਲਾ ਵਤੀਰਾ, ਹਮੇਸ਼ਾ ਬੱਚੇ ਨੂੰ ਡਿਸਿਪਲਿਨ ਸਿਖਾਉਣ ਵਾਸਤੇ, ਡਿਸਿਪਲਿਨ ਅਨੁਸ਼ਾਸਨ ਸਿਖਾਉਣ ਲਈ ਹਮਦਰਦੀ ਔਰ ਪਿਆਰ, ਇਸ ਵਾਲੇ ਵਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਅਗਰ ਉਹਨੂੰ ਕੋਈ ਪ੍ਰੋਬਲਮ ਹੈਗੀ ਹੈ ਘਰ ਵਿੱਚ ਉਹਦੇ ਪੇਰੈਂਟਸ ਦੇ ਨਾਲ, ਜਾਂ ਉਹਦੀ ਫੈਮਿਲੀ ਵਿੱਚ ਕੋਈ ਇਸ਼ੂਸ ਨੇ, ਤਾਂ ਟੀਚਰ ਨੂੰ ਹਮਦਰਦੀ, ਉਹਦੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ, ਹਮਦਰਦੀ ਦਿਖਾਣੀ ਚਾਹੀਦੀ ਹੈ, ਔਰ ਉਹਨੂੰ ਉਹ ਪਿਆਰ ਦੇਣਾ ਚਾਹੀਦਾ ਹੈ। ਪਾਠਕ੍ਰਮ ਦਾ ਪੂਰਾ ਨਿਰਮਾਣ ਕਰਨਾ, ਯਾਨੀ ਕਿ ਕੀ ਹੈ, ਬੱਚੇ ਦਾ ਜੋ ਪਾਠ ਦੇ ਰਿਲੇਟਿਡ ਉਹਦੇ ਕੁਐਸਚਨਸ ਹੈਗੇ ਨੇ, ਜੋ ਉਹ ਜਾਣਨਾ ਚਾਹੁੰਦਾ ਹੈ, ਟੀਚਰ ਨੂੰ ਕੀ ਹੈ, ਉਹਦੀ ਸਾਰੀ ਸੰਤੁਸ਼ਟੀ ਕਰਨੀ ਚਾਹੀਦੀ ਹੈ, ਯਾਨੀ ਕਿ ਉਹਨੂੰ ਸੈਟੀਸਫਾਈ ਕਰਨਾ ਚਾਹੀਦਾ ਹੈ ਆਪਣੀ ਸਟੱਡੀ ਤੋਂ। ਸਿੱਖਿਆ ਅਤੇ ਵਿਦਿਆ ਵਿੱਚ ਸੁਧਾਰ ਕਰਨਾ, ਯਾਨੀ ਕਿ ਐਜੂਕੇਸ਼ਨ ਦੇ ਵਿੱਚ ਆਪਣਾ ਸੁਧਾਰ ਕਰਨਾ। ਅਗਰ ਬੱਚਾ ਜੋ ਹੈ ਇੱਕ ਤਰੀਕੇ ਦੇ ਨਾਲ ਟੀਚਰ ਤੋਂ ਨਹੀਂ ਸਮਝ ਪਾ ਰਿਹਾ, ਤਾਂ ਟੀਚਰ ਨੂੰ ਕੀ ਚਾਹੀਦੇ ਆ, ਆਪਣੇ ਟੀਚਿੰਗ ਮੈਥਡ ਚੇਂਜ ਕਰ
करके बच्चे ਨੂੰ ਸਿਖਾਉਣਾ ਚਾਹੀਦਾ। अपना टीचिंग मैथड हमेशा चेंज करते रहना चाहिए है। अगर बच्चा एक चीज नाल नहीं सीख रहा तो ਉਹਨੂੰ सैकेंड स्टैप, थर्ड स्टैप, फोर्थ स्टैप टीचिंग स्टैप अपने चेंज करने चाहिए जिहदे नाल की है बच्चा आसानी नाल सीख जाए। और हमेशा ईजी तो ही शुरू करना चाहिए, ईजी स्टैप यूज करने चाहिए। ठीक समा सारणी बनाना, अगर टाइम टेबल सही है, ठीक है, ठीक समा सारणी बनी हुई है, जिवें तुहाडे टाइम टेबल बने हुंदे आ, इन्ने टाइम थ्योरी है, इन्ने टाइम तुहाडा प्रैक्टिकल है, इन्ने टाइम रिसैस है, इन्ने टाइम तुहाडी कल्चरल एक्टिविटी है, इन्ने टाइम तुहाडा गेम्स एक्टिविटी है ना। एक टाइम टेबल बनया हुंदा, जदों आपां ठीक टाइम टेबल बनाउंदे आ, ओनू फॉलो करदे आ, तां की हुंदा है, असीं अनुशासन नू अनुशासनहीनता तो बचदे आ और अनुशासन नू अप्लाई करदे आ। उचित अगवाई दा प्रबंध, हुण उचित अगवाई करनी बच्चे दे लई जो ओदे गोल्स हैगे है, जो ओदी सोच हैगी है, जिधर नू ओदा इंटरस्ट हैगा, ओदी अगवाई करना, उचित अगवाई करना। एक टीचर नू हुण बच्चा है, ओ गेम्स बहुत वधिया करदा है ना, ओदी कल्चर एक्टिविटी बहुत वधिया, गिद्धा भंगड़ा बहुत वधिया पांदा है, तां टीचर नू की आ ओनू उधर नू मोटिवेट करना चाहिए कि नहीं बच्चे तू ये काम वधिया करदा है, तेनू ये करना चाहिए। बच्चा साइंस प्रोजेक्ट बहुत वधिया करदा है, तो टीचर नू मोटिवेट करना चाहिए कि नहीं बच्चे तू साइंस वाली लाइन जाना है, ओनू अगे दी दिशा दसनी चाहिए, यानी कि बच्चे दी अगवाई करनी चाहिए टीचर नू। इनाम ते सजा दी वरतों करना, हुण जदों असीं इनाम और सजा दी वरतों कर रहे हैं, असीं बच्चे नू इनाम भी दे रहे हैं, सजा भी दे रहे हैं, है ना। अगर बच्चा गलती करदा है तो ओनू असीं की करदे हैं, सजा दे रहे हैं। और अगर असीं ओनू वधिया काम करदा है, असीं ओनू इनाम दिंदे आ। इनाम जिवें बच्चे ने वधिया काम करके दिखाया, असीं सारी क्लास दे विच की करना है, ओनू क्लैपिंग्स करवांदे हैं, है ना, कि इस बच्चे ने वधिया काम कीता। प्रेयर दे विच ओनू एप्रीशिएट करदे हैं, है ना। ये की हुंदा है, ये एक इनाम देण दा, ओनू मोटिवेट करन दा एक मैथड हुंदा है, जिहदे नाल बच्चा खुश होके अंदरों ओदे विच भावना जागदी है कि ओह जो है अनुशासन नू, डिसिप्लिन नू फॉलो करेगा और अगे इस तो भी वधिया काम करेगा। उस तो बाद है खेडा। हुण बच्चे नू अगर असीं अनुशासनहीनता तो बचाउणा है, असीं अनुशासनहीनता तो दूर करना है, तो बच्चे नू बिजी रखना पएगा हर टाइम। चाहे ओनू प्रैक्टिकल प्रोजेक्ट्स दे विच बिजी रखिए, चाहे असीं ओनू खेडां विच बिजी रखिए, है ना। हुण खेडां की है, खेडां अपने एक एक्टिविटी है जिहदे च मसल यूज हो रही ने, दिमाग यूज हो रहा है ना, अपना मैंटल जिहड़ी एबिलिटी ओहदे विच लगदी है, अपना दिमाग यूज हुंदा है। और दिमाग जदों खेडां वाले पासे यूज हुंदा है, कल्चर एक्टिविटीज वाले पासे यूज हुंदा है, ओहदे विच की हुंदा है, बच्चा बिजी। जदों वो खेडां तो हटिया, ओहदे कोल स्टडी है पढ़न नू, जदों स्टडी तो हटिया तो ओहदे कोल खेड है करन नू। जदों ओहदा दिमाग 24 आवर्स बिजी रहिंदा है, ਤਾਂ ਕੀ ਹੈ, ਉਹ ਅਨੁਸ਼ਾਸਨਹੀਨਤਾ ਤੋਂ ਹਮੇਸ਼ਾ ਬਚਿਆ ਰਹਿੰਦਾ ਹੈ ਔਰ ਅਨੁਸ਼ਾਸਨਹੀਨਤਾ ਤੋਂ ਦੂਰ ਰਹਿ ਕੇ ਡਿਸਿਪਲਿਨ ਵਾਲੇ ਰਸਤੇ ਤੇ ਜਾਂਦਾ ਹੈ। ਇਹ ਸੀਗਾ ਮੇਰਾ ਅੱਜ ਦਾ ਚੈਪਟਰ। ਉਸ ਤੋਂ ਬਾਅਦ ਇਹਨੂੰ ਦੂਰ ਕਰਨ ਦੇ ਉਪਾਏ, ਠੀਕ ਹੈ। ਹੁਣ ਅਨੁਸ਼ਾਸਨਹੀਨਤਾ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ? ਦੂਰ ਕੀਤਾ ਜਾ ਸਕਦਾ ਅਧਿਆਪਕਾਂ ਦੇ ਸਨਮਾਨ ਵਿੱਚ ਸੁਧਾਰ, ਸਕੂਲ ਦਾ ਵਾਤਾਵਰਣ ਵਧੀਆ ਹੋਣਾ, ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ, सहायक क्रियावां दी थां पैदा करना, माता पिता का सहयोग प्राप्त करना, समाजिक बुराइयां नू दूर करन दी कोशिश करना, राजनीतिक पार्टियां तो दूर रहना। हुण क्या है, जदों असीं इहनू दूर करना है, असीं की करना है? ਅਧਿਆਪਕਾਂ ਦੇ ਸਨਮਾਨ ਵਿੱਚ ਸੁਧਾਰ ਕਰਨਾ। ਸਭ ਤੋਂ ਪਹਿਲਾਂ ਇੱਕ ਟੀਚਰ ਦੀ ਰਿਸਪੈਕਟ ਕੀ ਹੁੰਦੀ ਹੈ, ਉਹ ਬੱਚਿਆਂ ਨੂੰ ਦੱਸਣੀ ਹੈ ਕਿ ਇੱਕ ਟੀਚਰ ਦੀ ਰਿਸਪੈਕਟ ਕੀ ਹੈ। ਔਰ ਬੱਚਾ ਕੀ ਹੈ, ਜ਼ਬਾਨ ਲੜਾਉਂਦਾ ਟੀਚਰ ਦੇ ਨਾਲ, ਟੀਚਰ ਉਹਨੂੰ ਜਰਾ ਜਿਹਾ ਝਿੜਕਦਾ ਹੈ ਔਰ ਉਹਨੂੰ ਡਾਂਟਦਾ ਹੈ ਤਾਂ ਬੱਚਾ ਕੀ ਕਰਦਾ ਹੈ, ਬੋਲਣਾ ਸ਼ੁਰੂ ਕਰ ਦਿੰਦਾ ਹੈ। ਇਹ ਜਦ ਕਿ ਇੱਕ ਚੰਗੀ ਅਨੁਸ਼ਾਸਨ ਦੀ ਕਿਰਿਆ ਨਹੀਂ ਹੈਗੀ, ਇਹ ਨਹੀਂ ਕਰਨਾ ਚਾਹੀਦਾ। ਵਧੀਆ ਹੋਣਾ ਚਾਹੀਦਾ ਸਕੂਲ ਦਾ ਵਾਤਾਵਰਣ, ਕਿਉਂਕਿ ਉੱਥੇ ਡਿਸਿਪਲਿਨ ਹਰ ਕੋਈ मेंटेन कर रहा है ना। टीचर फॉलो कर रहा है, प्रिंसिपल फॉलो कर रहा है, हर कोई अपने टाइम ते आ रहा है, हर कोई अपने टाइम ते जा रहा है। ये की है, उपाय हुंदे ने जिन्हां नाल की है असीं बच्चे दी, जे टीचर खुद उस चीज नूं फॉलो कर रहा है तो बच्चा भी उस नूं फॉलो कर रहा है। माता पिता का सहयोग उन्होंने मिलना चाहिए है कि उन्होंने अपने पेरेंट्स की प्रॉपर सपोर्ट होनी चाहिए है पिछू,
है ना, और ਜਿਹਦੇ ਕਰਕੇ ਕੀ ਹੈ ਉਹ ਹਮੇਸ਼ਾ ਤਰੱਕੀ ਵੱਲ ਨੂੰ ਜਾਏ। ਪੈਰੈਂਟਸ ਅਗਰ ਜਿਸ ਬੱਚੇ ਨੂੰ ਹੁਣ ਕਰੋ ਪੈਰੈਂਟਸ ਸਪੋਰਟ ਕਰ ਰਹੇ ਆ ਨਾ, ਉਹ ਬੱਚਾ ਬਹੁਤ ਵਧੀਆ ਸਟੱਡੀ ਕਰਦਾ। ਕਿਉਂ? ਕਿਉਂਕਿ ਘਰੇ ਪੈਰੈਂਟਸ ਵੀ ਉਹਦਾ ਧਿਆਨ ਸਟੱਡੀ ਵੱਲ ਨੂੰ ਦਿੰਦੇ ਆ, ਸਕੂਲ ਟੀਚਰ ਵੀ ਉਹਦਾ ਧਿਆਨ ਸਟੱਡੀ ਵੱਲ ਨੂੰ ਦਿੰਦੇ ਆ, ਔਰ ਉਹ ਬੱਚੇ ਦੇ ਖੁਦ ਦੇ ਅੰਦਰ ਇੰਨੀ ਕੁ ਕਿਉਂਕਿ ਹਰ ਟਾਈਮ ਪੈਰੈਂਟਸ ਉਹਦੇ ਆਲੇ ਦੁਆਲੇ ਬੋਲ ਰਹੇ ਆ, ਉਹਨੂੰ ਕਹਿ ਰਹੇ ਆ, ਉਧਰੋਂ ਟੀਚਰ ਉਹਨੂੰ ਬੋਲ ਰਿਹਾ, ਉਹਨੂੰ ਬਾਰ-ਬਾਰ ਕਹਿ ਰਿਹਾ ਹੈ ਵੀ ਪੜ੍ਹ ਬੱਚਾ ਤੂੰ ਵਧੀਆ ਪੜ੍ਹਦਾ। ਉਹਦੇ ਨਾਲ ਕੀ ਹੈ, ਉਹਦੇ ਅੰਦਰ ਇੱਕ ਭਾਵਨਾ ਪੈਦਾ ਹੁੰਦੀ ਹੈ ਪੜ੍ਹਨ ਦੀ, ਔਰ ਅਨੁਸ਼ਾਸਨਹੀਨਤਾ ਤੋਂ ਹਮੇਸ਼ਾ ਦੂਰ ਰਹਿੰਦਾ ਹੈ, ਕਿਉਂਕਿ ਉਹਦਾ ਮਾਈਂਡ ਜੋ ਹੈ ਪੜ੍ਹਨ ਵੱਲ, ਡਿਸਿਪਲਿਨ ਵਾਲੀ ਸਾਈਡ ਤੇ ਮੋਟੀਵੇਟ ਹੋ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਹੈਗਾ ਰਾਜਨੀਤਿਕ ਪਾਰਟੀਆਂ ਤੋਂ ਦੂਰ ਰਹਿਣਾ। ਹੁਣ ਰਾਜਨੀਤਿਕ ਪਾਰਟੀਆਂ ਤੋਂ ਸਾਨੂੰ ਹਮੇਸ਼ਾ ਦੂਰ ਰਹਿਣਾ ਚਾਹੀਦਾ। ਜਦ ਤੱਕ ਸਾਨੂੰ ਆਪਣੇ ਰਸਤੇ, ਗੋਲਸ ਔਰ ਹਰ ਚੀਜ਼ਾਂ ਨਹੀਂ ਪਤਾ ਲੱਗ ਜਾਂਦੀਆਂ, ਸਾਨੂੰ ਇਹਨਾਂ ਚੀਜ਼ਾਂ ਤੋਂ ਹਮੇਸ਼ਾ ਆਪਣੇ ਆਪ ਨੂੰ ਦੂਰ ਰੱਖਣਾ ਚਾਹੀਦਾ ਹੈ। ਉਸ ਤੋਂ ਬਾਅਦ ਨੈਕਸਟ ਤੁਹਾਡੇ ਹੈਗੇ ਆ ਬੱਚਾ ਮੌਕ ਟੈਸਟ। ਤੁਸੀਂ ਡਾਊਨਲੋਡ ਕਰਨਾ ਹੈ ਆਪਣੇ ਫੋਨ ਦੇ ਉੱਪਰ, ਸਭ ਨੇ प्ले स्टोर ते जाके निमी मॉक टेस्ट, ठीक है, निमी मॉक टेस्ट तुसी सबने डाउनलोड करना है और ओनू की करना है, ओदे ऊपर अपना आईडी वगैरह क्रिएट करनी है, बनाना है। और उस तो बाद तुसी नेक्स्ट की करना है, नेक्स्ट तुसी करना है न्यू सिलेक्ट टेस्ट। तुसी ओदे ते टेस्ट सिलेक्ट करने ने, जिवें न्यू टेस्ट लिखे आ रहा है ना, डैशबोर्ड तुहाडे सामने खुलेगा, तुसी न्यू टेस्ट करना है, ठीक है। न्यू टेस्ट ते जाके तुसी नेक्स्ट की करना है स्टेप, नेक्स्ट ओदे विच करना है अपनी ट्रेड सिलेक्ट करनी है, सिलेक्ट पैटर्न, एनुअल सेमेस्टर करना चाहते हो, टेस्ट एनुअली करना चाहते हो, केड़ी लैंग्वेज विच इंग्लिश निकलेगी, और क्वेश्चन नंबर निकलणगे 25 या 50, ठीक है। दो क्वेश्चंस निकलणगे तुहाडे 25 या 50, तुसी केड़े वाला क्वेश्चन करना चाहते हो, तुसी वो सारा कुछ सिलेक्ट करते होए और अपनी ट्रेड सिलेक्ट करनी है। नेक्स्ट तुहाडी ट्रेड है, जिवें अगर तुसी सरफेस ऑर्नामेंटेशन दे इंस्ट्रक्टर स्टूडेंट हो तो तुसी सरफेस ऑर्नामेंटेशन दा सिलेक्ट करना है ट्रेड। अगर तुहाडी इलैक्ट्रीशियन है, जो भी तुहाडी ट्रेड है, अगर तुसी स्किल इंप्लॉयबिलिटी दा टेस्ट देना चाहते हो तो तुसी अपना की है ट्रेड सिलेक्ट करनी है और अपने क्वेश्चंस सिलेक्ट करने ने, एनुअली, सेमेस्टर वाले, ठीक है, वो सारे सिलेक्ट करते हुए तुसी ਇਹਦੇ ਉੱਪਰ ਟੈਸਟ ਦੇਣਾ ਹੈ, ਠੀਕ ਹੈ। ਨੈਕਸਟ ਕਰਨਾ ਸਰ। ਜਿਵੇਂ ਤੁਸੀਂ ਇਹਦੇ ਵਿੱਚ ਸਿਲੈਕਟ ਪੈਟਰਨ, ਤੁਸੀਂ ਪੈਟਰਨ ਸਿਲੈਕਟ ਕਰ ਰਹੇ ਹੋ ਤਾਂ ਤੁਸੀਂ ਕੀ ਕਰਨਾ, ਐਨੂਅਲ ਲੈਣਾ ਹੈ ਕਿ ਸਮੈਸਟਰ ਲੈਣਾ ਹੈ, ਤੁਸੀਂ ਐਨੂਅਲੀ ਐਗਜ਼ਾਮ ਦੇਣਾ ਹੈ ਕਿ ਸਮੈਸਟਰ ਵਾਈਜ਼ ਐਗਜ਼ਾਮ ਦੇਣਾ ਹੈ, ਤਾਂ ਤੁਸੀਂ ਉਹ ਸਿਲੈਕਟ ਕਰਨਾ ਹੈ। ਨੈਕਸਟ ਕਰਨਾ ਸਰ। ਨੈਕਸਟ ਉਹਦੇ ਵਿੱਚ ਕੁਐਸਚਨਸ ਆਣਗੇ, ਤੁਸੀਂ 25 ਕੁਐਸਚਨਸ ਦਾ ਟੈਸਟ ਦੇਣਾ ਚਾਹੁੰਦੇ ਹੋ ਕਿ 50 ਕੁਐਸਚਨਸ ਦਾ ਟੈਸਟ ਦੇਣਾ ਚਾਹੁੰਦੇ ਹੋ। ਇਹ ਤੁਹਾਡੇ ਇੱਕ ਐਜ਼ ਏ ਮੌਕ ਟੈਸਟ ਨੇ, ਤੁਹਾਡੀ ਦੱਸਣ ਵਾਸਤੇ ਤੁਹਾਨੂੰ ਕਿ ਤੁਸੀਂ ਜੋ ਹੈ ਕਿੰਨਾ ਕੁ ਸਟੱਡੀ ਵਿੱਚ ਸਹੀ ਪੜ ਰਹੇ ਹੋ, ਹੈ ਨਾ, ਔਰ ਤੁਸੀਂ ਕਿੰਨੇ ਕੁ ਟੈਸਟ ਸਹੀ ਤਰੀਕੇ ਨਾਲ ਕਰ ਰਹੇ ਹੋ। ਇਹਦੇ ਨਾਲ ਕੀ ਹੈ, ਤੁਹਾਨੂੰ ਤੁਹਾਡੀ ਪਾਸ ਪਰਸੈਂਟੇਜ ਮਾਰਕਸ ਪਤਾ ਲੱਗ ਜਾਣਗੇ। ਸਭ ਜਰੂਰ ਬੱਚੇ ਡਾਊਨਲੋਡ ਕਰਨਾ ਇਸਨੂੰ ਔਰ ਇਹ ਕਰਕੇ ਜ਼ਰੂਰ ਦੇਖਣਾ, ਠੀਕ ਹੈ, ਕਿਉਂਕਿ ਇਹਦੇ ਨਾਲ ਕੀ ਹੈ, ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਆਪਣਾ ਕਿਹੜਾ ਟੈਸਟ ਦੇ ਰਹੇ ਹੋ, ਕਿੰਨੇ ਮਾਰਕਸ ਅਚੀਵ ਕਰ ਰਹੇ ਹੋ, ਤੁਹਾਨੂੰ ਹੋਰ ਕਿੰਨਾ ਪੜ੍ਹਨ ਦੀ ਲੋੜ ਹੈ, ਤੁਹਾਨੂੰ ਕਿਸ ਚੀਜ਼ ਦੀ ਨੌਲੇਜ ਨਹੀਂ ਹੈਗੀ, ਉਹ ਤੁਸੀਂ ਆਪਣੇ ਟੀਚਰਸ ਨੂੰ ਫਿਰ ਪੁੱਛ ਸਕਦੇ ਹੋ, ਠੀਕ ਹੈ। ਇਹ ਜ਼ਰੂਰ ਡਾਊਨਲੋਡ ਕਰਨਾ ਔਰ ਸਾਰੇ ਬੱਚੇ ਜ਼ਰੂਰ ਟੈਸਟ ਦੇਣਾ। ਹੁਣ ਜੇ ਕਿਸੇ ਦੀ ਕੋਈ ਕੁਐਰੀ ਹੈਗੀ ਹੈ ਤਾਂ ਉਹ ਆਪਣਾ ਕਰ ਸਕਦਾ। ਕਿਸੇ ਬੱਚੇ ਦੀ ਕੋਈ ਕੁਐਰੀ ਹੈਗੀ ਹੈ ਜਾਂ ਕੋਈ ਕੁਐਸਚਨ ਪੁੱਛਣਾ ਚਾਹੁੰਦਾ ਕੁਝ ਰਿਗਾਰਡਿੰਗ, ਤਾਂ ਉਹ ਪੁੱਛ ਸਕਦਾ। मीटिंग एंड करिए मैम। हाँ जी सर, मैंने नहीं लगता किसी की कोई क्वेरी हैगी है।